प्यारे दर्शकों, जय गुरुदेव, जय भीम। ਅਸੀਂ ਅੱਜ ਆਪਣਾ ਪਹਿਲਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਆ ਰਹੇ ਹਾਂ। ਮੇਰੇ ਨਾਲ ਮੇਰੇ ਦੋਸਤ, ਮੇਰੇ ਸਾਥੀ ਬਲਵੀਰ ਜੀ ਤੁਸੀਂ ਕੁਝ ਆਪਣੇ ਬਾਰੇ ਕਹੋ ਕਿ ਇਹ ਆਪਾਂ ਪ੍ਰੋਗਰਾਮ ਕਦੋਂ ਕਿਵੇਂ ਤੇ ਕਰਿਆ ਕਰਨਾ ਹੈ, ਕਿਹਨਾਂ ਮੁੱਦਿਆਂ ਤੇ ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਹੈ। ਪਿਆਰੇ ਦਰਸ਼ਕੋ, ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਹਰੇਕ ਸ਼ਨੀਚਰਵਾਰ ਸ਼ਾਮ 5 ਤੋਂ 6 ਵਜੇ ਤੱਕ ਲੈ ਕੇ ਆਇਆ ਕਰਾਂਗੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜੋ ਇਸ ਤਰ੍ਹਾਂ ਦੇ ਮੁੱਦੇ ਹਨ ਜਿਨ੍ਹਾਂ ਦੇ ਬਾਰੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਾਣਕਾਰੀ ਦੀ ਘਾਟ ਹੈ, ਉਸ ਤਰ੍ਹਾਂ ਦੇ ਮੁੱਦੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਵਾਂਗੇ, ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਜਿਹੜੇ ਅਸੀਂ ਪ੍ਰੋਗਰਾਮ ਕਰਨੇ ਆ ਉਹਨਾਂ ਦੇ ਜਿਹੜੇ ਇਸ਼ੂਜ਼ ਹੋਣੇ ਆ ਉਹ ਵੀ ਤੁਸੀਂ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਇਸ਼ੂ ਹੋਣ ਅਤੇ ਜਾਂ ਜਿਹੜੇ ਅਸੀਂ ਮਹਿਸੂਸ ਕੀਤੇ ਕਿ ਫਿਰ ਅਸੀਂ ਉਹ ਵੀ ਲੈ ਕੇ ਆਵਾਂਗੇ। ਹਾਂਜੀ, ਇੱਕ ਜਿਹੜੀ ਹੋਰ ਗੱਲ ਮੈਂ ਚਾਹੁੰਦਾ ਤਾਂ ਕਿ ਤੁਸੀਂ ਥੋੜ੍ਹਾ ਜਿਹਾ ਉਹਦੇ ਬਾਰੇ ਹੋਰ ਵੀ ਦੱਸ ਦਿਓ, ਉਹ ਇਹ ਕਿ ਤੁਹਾਡਾ ਪ੍ਰੋਗਰਾਮ ਇਹਦਾ ਨਾਂ ਕੀ ਹੈਗਾ ਔਰ ਤੁਸੀਂ ਇਸ ਪ੍ਰੋਗਰਾਮ ਦਾ ਜਿਹੜਾ ਨਾਂ ਹੈਗਾ ਉਹ ਕਿਵੇਂ ਚੁਣਿਆ ਅਤੇ ਕਿਉਂ ਚੁਣਿਆ। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਪਤੇ ਦੀ ਗੱਲ, ਅਤੇ ਪਤੇ ਦੀ ਗੱਲ ਇਸ ਕਰਕੇ ਅਸੀਂ ਰੱਖਿਆ ਕਿ ਆਮ ਕਰਕੇ ਪਾਇਆ ਜਾਂਦਾ ਕਿ ਬਹੁਤ ਸਾਰੇ ਇਸ਼ੂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਅਤੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਸਾਡੇ ਸਾਰਿਆਂ ਦੇ ਗਿਆਨ ਦੇ ਵਿੱਚ ਵਾਧਾ ਹੋਵੇ। ਇਸ ਕਰਕੇ ਅਸੀਂ ਇਸ ਪ੍ਰੋਗਰਾਮ ਦਾ ਨਾਮ ਪਤੇ ਦੀ ਗੱਲ ਰੱਖਿਆ ਜੀ। ਅੱਛਾ ਜੀ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਜੋ ਕੁਛ ਸਾਨੂੰ ਜ਼ਿਆਦਾ ਪਤਾ ਅਤੇ ਸ਼ਾਇਦ ਸਾਡੇ ਦਰਸ਼ਕਾਂ ਨੂੰ ਨਾ ਪਤਾ ਹੋਵੇ ਅਤੇ ਅਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਅਸੀਂ ਦੱਸਣੀ ਆ ਆਉਣ ਵਾਲੇ ਭਵਿੱਖ ਦੇ ਵਿੱਚ ਕਿ ਤੁਸੀਂ ਜਿਹੜਾ ਹੈਗਾ ਗੈਸਟ ਵਗੈਰਾ ਵੀ ਲਿਆਵਾਂਗੇ। ਬਿਲਕੁਲ ਜੀ, ਅਸੀਂ ਜਿਹੜੇ ਵੀ ਮੁੱਦੇ ਰੱਖਾਂਗੇ ਅਸੀਂ ਜਿਹੜੇ ਉਹਨਾਂ ਦੇ ਐਕਸਪਰਟ ਜਾਂ ਜਿਨ੍ਹਾਂ ਦੇ ਕੋਲ ਉਹਨਾਂ ਇਸ਼ੂਜ਼ ਦੇ ਬਾਰੇ ਮੁੱਦਿਆਂ ਦੇ ਬਾਰੇ ਵਧੇਰੇ ਜਾਣਕਾਰੀ ਹੋਵੇਗੀ, ਅਸੀਂ ਉਹ ਜਿਹੜੇ ਹੈਗੇ ਆ ਸਪੀਕਰਸ ਉਹ ਪ੍ਰੋਫੈਸ਼ਨਲ ਬੰਦੇ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਤੇ ਉਹ ਫਿਰ ਤੁਹਾਨੂੰ ਜ਼ਿਆਦਾ ਹੋਰ ਜਾਣਕਾਰੀ ਦੇ ਸਕਣਗੇ। ਠੀਕ ਹੈ, ਬਹੁਤ ਵਧੀਆ ਜੀ। ਬਲਵੀਰ ਜੀ, ਅੱਜ ਅਸੀਂ ਜਿਹੜਾ ਹੈਗਾ ਉਹ ਕਿਸ ਮੁੱਦੇ 'ਤੇ ਗੱਲ ਕਰ ਰਹੇ ਹਾਂ ਜਾਂ ਅਸੀਂ ਕਿਸ ਮੁੱਦਾ ਜਿਹੜਾ ਹੈਗਾ ਛੋਹ ਰਹੇ ਹਾਂ। ਅੱਜ ਅਸੀਂ ਸੋਸ਼ਲ ਸਰਵਿਸਿਜ਼ ਅਤੇ ਸੋਸ਼ਲ ਕੇਅਰ ਦੇ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਹਾਂਜੀ, ਸੋਸ਼ਲ ਸਰਵਿਸਿਜ਼ ਦਾ ਜਿਹੜਾ ਮੁੱਦਾ ਹੈਗਾ ਇਹ ਮੇਰਾ ਖਿਆਲ ਕਾਫੀ ਇਹ ਦੇ ਤੇ ਜਿਹੜੀ ਹੈਗੀ ਚਰਚਾ ਉਹ ਨਹੀਂ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈਗੀ ਆ ਜੀ। ਸੋ ਜਦੋਂ ਅਸੀਂ ਸੋਸ਼ਲ ਸਰਵਿਸਿਜ਼ ਦਾ ਨਾਂ ਲੈਂਦੇ ਹਾਂ ਹਾਂਜੀ ਅਤੇ ਸੋਸ਼ਲ ਸਰਵਿਸਿਜ਼ ਤੋਂ ਤੁਹਾਡੀ ਕੀ ਮੁਰਾਦ ਹੈਗੀ ਆ ਜੀ। ਸੋਸ਼ਲ ਸਰਵਿਸਿਜ਼ ਜਿਹੜਾ ਮਹਿਕਮਾ ਹੈਗਾ ਉਹਦਾ ਕੰਮ ਇਹ ਹੈਗਾ ਕਿ ਉਹਨਾਂ ਨੇ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਾਸਤੇ ਸਹੂਲਤਾਂ ਦੇਣੀਆਂ। ਹਾਂਜੀ, ਅਤੇ ਜਿਹੜਾ ਇਸ ਪ੍ਰੋਗਰਾਮ ਦਾ ਖਾਸ ਮਕਸਦ ਹੈਗਾ ਕਿ ਉਹਨਾਂ ਸਹੂਲਤਾਂ ਦੇ ਬਾਰੇ ਜਾਣਕਾਰੀ ਹਾਸਲ ਕਰਨਾ। ਹਾਂਜੀ, ਅਤੇ ਅਸੀਂ ਉਹ ਜਾਣਕਾਰੀ ਤੁਹਾਡੇ ਕੋਲ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਸੋਸ਼ਲ ਸਰਵਿਸਿਜ਼ ਦੀਆਂ ਜਿਹੜੀਆਂ ਸੇਵਾਵਾਂ ਹੈਗੀਆਂ ਉਹਦਾ ਲੋਕੀ ਪੂਰਾ ਫਾਇਦਾ ਉਠਾ ਸਕਣ। ਬਿਲਕੁਲ, ਮੇਰਾ ਖਿਆਲ ਜਿਹੜੇ ਸਾਡੇ ਜਿਹਨਾਂ ਮੁਲਕਾਂ ਤੋਂ ਅਸੀਂ ਆਏ ਹਾਂ ਜੀ, ਉੱਥੇ ਸੋਸ਼ਲ ਸਰਵਿਸਿਜ਼ ਮਹਿਕਮਾ ਜਿਹੜਾ ਹੈਗਾ ਉਹਨਾਂ ਦਾ ਬਹੁਤ ਘੱਟ ਨਾਂ ਨਿਸ਼ਾਨ ਹੈਗਾ ਜਾਂ ਉੱਥੇ ਇੱਦਾਂ ਦੀ ਕੋਈ ਸਰਵਿਸ ਨਹੀਂ ਹੈਗੀ ਜੀ। ਤੁਸੀਂ ਕੀ ਮਹਿਸੂਸ ਕਰਦੇ ਆ ਕਿ ਜਿਹੜੇ ਸੋਸ਼ਲ ਸਰਵਿਸਿਜ਼ ਦਾ ਡਿਪਾਰਟਮੈਂਟ ਹੈਗਾ ਜਾਂ ਮਹਿਕਮਾ ਹੈਗਾ ਹਾਂਜੀ ਉਹਦੀ ਇੱਥੇ ਕਿਉਂ ਲੋੜ ਹੈ, ਉਹ ਕਿਉਂ ਚਾਲੂ ਕੀਤਾ ਗਿਆ। ਜੀ ਨਵਦੀਪ ਜੀ, ਜਿਹੜਾ ਆਪਾਂ ਖਾਸ ਕਰਕੇ ਪੰਜਾਬ ਤੋਂ ਆਏ ਹਾਂ ਹਾਂਜੀ, ਅਤੇ ਇੰਡੀਆ ਦੇ ਵਿੱਚ ਜਿਹੜੀ ਸੋਸ਼ਲ ਸਰਵਿਸਿਜ਼ ਜਿਸ ਤਰ੍ਹਾਂ ਇਸ ਮੁਲਕ ਦੇ ਵਿੱਚ ਇਹ ਸਹੂਲਤਾਂ ਇੱਥੇ ਉਪਲਬਧ ਹਨ, ਇਸ ਤਰ੍ਹਾਂ ਇੰਡੀਆ ਦੇ ਵਿੱਚ ਉਹ ਸਹੂਲਤਾਂ ਨਹੀਂ ਹੈਗੀਆਂ ਜੀ। ਅਤੇ ਆਮ ਕਰਕੇ ਇਹ ਪਾਇਆ ਜਾਂਦਾ ਕਿ ਆਪਣੇ ਸਮਾਜ ਦੇ ਵਿੱਚ ਹਾਂਜੀ ਕਿ ਜਿਹੜੇ ਬਜ਼ੁਰਗ ਜਿਸ ਵੇਲੇ ਬੰਦਾ ਸਿਆਣਾ ਹੋ ਜਾਂਦਾ ਜਾਂ ਜਿਸ ਵੇਲੇ ਬੰਦਾ ਆਪਣੀ ਦੇਖਭਾਲ ਕਰਨ ਦੇ ਕਾਬਿਲ ਨਹੀਂ ਹੁੰਦਾ ਤਾਂ ਫਿਰ ਜਿਹੜੀ ਔਲਾਦ ਹੈਗੀ ਆ ਉਹ ਉਹਦੀ ਲੁੱਕ ਆਫਟਰ ਕਰੇਗੀ। ਹਾਂਜੀ, ਅਤੇ
ਆਪਣੇ ਪਿੰਡਾਂ ਦੇ ਵਿੱਚ ਤਾਂ ਇਦਾਂ ਹੁੰਦਾ ਸੀ ਕਿ ਪਹਿਲੇ ਤੇ ਜਿਹੜੇ ਤੁਹਾਡੇ ਬੱਚੇ ਹੁੰਦੇ ਸੀ, ਰਿਸ਼ਤੇਦਾਰ ਹੁੰਦੇ ਸੀ ਜਾਂ ਜਿਹੜੇ ਪਿੰਡ ਵਾਲੇ ਹੁੰਦੇ ਸੀ ਜੀ, ਤੇ ਉਹ ਬਜ਼ੁਰਗਾਂ ਦੀ ਜਿਹੜੀ ਸੀਗੀ ਉਹ ਦੇਖਭਾਲ ਕਰਦੇ ਹੁੰਦੇ ਸੀ। ਤੇ ਪਿੰਡਾਂ ਦੇ ਵਿੱਚ ਤਾਂ ਇਦਾਂ ਵੀ ਹੁੰਦਾ ਸੀ ਕਿ ਜਿਹੜਾ ਬਜ਼ੁਰਗ ਹੈਗਾ ਉਹਦੀ ਸਾਰੇ ਆ ਕੇ ਥੋੜ੍ਹੀ ਹੈਲਪ ਕਰ ਦਿੰਦੇ ਸੀਗੇ ਜੀ, ਤੇ ਬੱਚੇ ਵੀ ਤੇ ਬਜ਼ੁਰਗ ਵੀ ਉਹ ਕਿਤੇ ਵੀ ਜਿਹੜੇ ਆ ਉਹ ਇੱਕ ਦੂਜੇ ਨੂੰ ਉਹ ਖਾਣਾ ਪੀਣਾ ਜਿਹੜਾ ਉਹ ਦੇ ਜਾਂਦੇ ਸੀ। ਹਾਂਜੀ। ਤੇ ਲੇਕਿਨ ਇਸ ਮੁਲਕ ਦੇ ਵਿੱਚ ਜਿਹੜਾ ਲਾਈਫ ਸਟਾਈਲ ਹੈਗਾ ਉਹ ਬਿਲਕੁਲ ਹੀ ਵੱਖਰਾ ਹੈਗਾ। ਹਾਂਜੀ। ਤੇ ਜਿਵੇਂ ਕਿ ਜਿਹੜੇ ਬੱਚੇ ਹੁੰਦੇ ਆ ਉਹ ਆਪਣੇ ਕੰਮਕਾਰ ਦੇ ਵਿੱਚ ਬਿਜ਼ੀ ਹੁੰਦੇ ਆ ਜੀ, ਤੇ ਸਾਡੇ ਵਿੱਚ ਇਹ ਵੀ ਇੱਕ ਉਮੀਦ ਰੱਖੀ ਜਾਂਦੀ ਕਿ ਜਿਸ ਵੇਲੇ ਖਾਸ ਕਰਕੇ ਬੇਟੇ ਦਾ ਵਿਆਹ ਹੁੰਦਾ ਕਿ ਜਿਸ ਵੇਲੇ ਬਹੂ ਆਊਗੀ ਹਾਂਜੀ, ਤੇ ਉਹ ਫਿਰ ਜਿਹੜੀ ਹੈਗੀ ਆ ਬਜ਼ੁਰਗਾਂ ਦੀ ਦੇਖਭਾਲ ਕਰੂਗੀ ਜੀ। ਪਰ ਜਿਹੜੇ ਇਸ ਮੁਲਕ ਦੇ ਰੁਝੇਵੇਂ ਹੈਗੇ ਆ ਜੇ ਅਸੀਂ ਉਹਨਾਂ ਨੂੰ ਮੁੱਖ ਰੱਖੀਏ ਤੇ ਇਸ ਮੁਲਕ ਦੇ ਵਿੱਚ ਤਾਂ ਜਿਹੜੇ ਬੇਟਾ ਤੇ ਨੂੰਹ ਤੇ ਜਿਹੜੀਆਂ ਲੜਕੀਆਂ ਹੁੰਦੀਆਂ ਉਹ ਸਾਰਿਆਂ ਨੂੰ ਕੰਮਕਾਰ ਕਰਨਾ ਪੈਂਦਾ ਤਾਂ ਫਿਰ ਘਰ-ਬਾਰ ਚੱਲਦਾ। ਬਿਲਕੁਲ। ਤੇ ਫਿਰ ਉਹ ਜਿਹੜੇ ਬਜ਼ੁਰਗ ਹੈਗੇ ਉਹਨਾਂ ਦੀ ਦੇਖਭਾਲ ਨਾ ਹੋਣ ਕਰਕੇ ਤੇ ਇਸ ਮੁਲਕ ਦੇ ਵਿੱਚ ਜਿਹੜੀ ਸੋਸ਼ਲ ਸਰਵਿਸਿਜ਼ ਦੀ ਐਡਲਟ ਕੇਅਰ ਜਿਹੜੀ ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਵਾਸਤੇ ਮਹਿਕਮਾ ਹੈਗਾ ਤੇ ਉਹਦੀਆਂ ਸਹੂਲਤਾਂ ਜਿਹੜੀਆਂ ਉਹ ਇੱਥੇ ਹੈਗੀਆਂ ਤੇ ਜਿਹੜੀਆਂ ਕਿ ਸਾਰਿਆਂ ਨੂੰ ਜਿਨ੍ਹਾਂ ਦਾ ਫਾਇਦਾ ਉਠਾਉਣਾ ਚਾਹੀਦਾ। ਬਿਲਕੁਲ ਬਿਲਕੁਲ। ਇਹ ਦੂਸਰੀ ਗੱਲ ਬਲਬੀਰ ਜੀ ਮੇਰੇ ਦਿਮਾਗ ਵਿੱਚ ਇਹ ਵੀ ਆਉਂਦੀ ਹੈ ਜੇ ਤੁਸੀਂ ਵੀ ਇਹਦੇ ਬਾਰੇ ਆਪਣੇ ਵਿਚਾਰ ਦੇ ਸਕਦੇ ਆ ਉਹ ਇਹ ਕਿ ਜਿੱਥੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਮੁਲਕਾਂ 'ਚ ਜਿਨ੍ਹਾਂ ਤੋਂ ਅਸੀਂ ਆਏ ਆ ਉੱਥੇ ਜਿਹੜੀ ਘਰਾਂ ਦੀ ਬਣਤਰ ਵੀ ਸੀ ਜਾਂ ਮੌਸਮ ਵੀ ਸੀ ਉਹ ਵੀ ਇਸ ਤਰ੍ਹਾਂ ਦਾ ਸੀਗਾ ਕਿ ਉੱਥੇ ਜੁਆਇੰਟ ਫੈਮਲੀਜ਼ ਜਿਹੜੀਆਂ ਆਰਾਮ ਦੇ ਨਾਲ ਰਹਿ ਸਕਦੀਆਂ ਸੀਗੀਆਂ ਜੀ। ਪਰ ਇਹਨਾਂ ਮੁਲਕਾਂ ਦੇ ਵਿੱਚ ਹੁਣ ਜੇ ਇਹ ਹੈਗਾ ਕਿ ਘਰਾਂ ਦੇ ਜਿਹੜੇ ਸਾਈਜ਼ ਹੈਗੇ ਆ ਜਾਂ ਬੈਡਰੂਮ ਹੈਗੇ ਆ ਉਹ ਉਨੇ ਕਈ ਹੁੰਦੇ ਆ ਕਿ ਕਈ ਵਾਰੀ ਜਿਹੜੀਆਂ ਮਲਟੀ ਜਨਰੇਸ਼ਨਸ ਜਿਹੜੀਆਂ ਹੈਗੀਆਂ ਇੱਕੋ ਹੀ ਘਰ ਦੇ ਵਿੱਚ ਬਾਬਾ ਦਾਦੀ ਜਾਂ ਜਿਹੜੇ ਬੱਚੇ ਹੈਗੇ ਆ ਉਹਨਾਂ ਲਈ ਰਹਿਣਾ ਵੀ ਹੈਗਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਬੱਚੇ ਵੀ ਪ੍ਰਾਈਵੇਸੀ ਭਾਲਦੇ ਹੈਗੇ ਆ, ਮਾਤਾ ਪਿਤਾ ਨੂੰ ਵੀ ਜਿਹੜੀ ਹੈਗੀ ਆ ਉਹ ਪ੍ਰਾਈਵੇਸੀ ਚਾਹੀਦੀ ਹੁੰਦੀ ਆ। ਸੋ ਤੁਹਾਨੂੰ ਇਹ ਲੱਗਦਾ ਕਿ ਬਹੁਤ ਜਿਹੜਾ ਸਾਡਾ ਇੱਥੇ ਦਾ ਰਹਿਣ ਸਹਿਣ ਦਾ ਢੰਗ ਹੈ ਉਹ ਵੀ ਕਈ ਵਾਰੀ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਇਸ ਗੱਲ ਲਈ ਮਜਬੂਰ ਕਰ ਦਿੰਦਾ ਕਿ ਉਹ ਵੱਖ-ਵੱਖ ਥਾਵਾਂ 'ਤੇ ਰਹਿਣ। ਉਹਦੇ ਵਿੱਚ ਉਹਨਾਂ ਦੀ ਨੌਕਰੀ ਵੀ ਹੋ ਸਕਦੀ ਆ ਕਿ ਉਹ ਉਹਨਾਂ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਨੌਕਰੀ ਨਾ ਮਿਲੇ, ਉਹ ਦੂਸਰੇ ਥਾਵਾਂ 'ਤੇ ਮਿਲੇ। ਹਾਂਜੀ। ਸੋ ਇਹਦੇ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਕਿ ਇਹ ਵੀ ਫੈਕਟਰ ਜਿਹੜਾ ਹੈਗਾ ਕਿ ਇਹ ਵੀ ਤੱਥ ਜਿਹੜਾ ਹੈਗਾ ਉਹ ਇਸ ਗੱਲ ਨੂੰ ਪ੍ਰਭਾਵਿਤ ਕਰਦਾ ਕਿ ਜਿਹੜੀਆਂ ਸਾਡੇ ਪਰਿਵਾਰ ਆ ਉਹ ਸਾਂਝੇ ਨਹੀਂ ਰਹਿ ਸਕਦੇ ਔਰ ਜਿਹੜੇ ਸਾਡੇ ਬਜ਼ੁਰਗਾਂ ਦੀ ਦੇਖਭਾਲ ਆ ਉਹ ਨਹੀਂ ਹੋ ਸਕਦੀ? ਨਵਦੀਪ ਜੀ ਇਹ ਇੱਕ ਬਹੁਤ ਹੀ ਵੱਡਾ ਫੈਕਟਰ ਹੈਗਾ ਜੀ ਕਿ ਅਸੀਂ ਹੋਰ ਗੱਲਾਂ ਦੇ ਬਾਰੇ ਤਾਂ ਬਹੁਤ ਕੁਝ ਸੋਚਦੇ ਹਾਂ ਹਾਂਜੀ, ਲੇਕਿਨ ਜਿਹੜਾ ਬੁਢਾਪਾ ਉਸ ਦੇ ਬਾਰੇ ਅਸੀਂ ਬਹੁਤ ਹੀ ਘੱਟ ਸੋਚਦੇ ਹਾਂ। ਬਿਲਕੁਲ। ਤੇ ਮੇਰਾ ਆਪਣਾ ਇਹ ਖਿਆਲ ਇਹ ਹੈਗਾ ਕਿ ਅਸੀਂ ਇਹ ਤਾਂ ਸੋਚਦੇ ਹਾਂ ਕਿ ਹੋਰ ਲੋਕੀ ਬੁੱਢੇ ਹੁੰਦੇ ਆ ਹਾਂਜੀ, ਉਹਨਾਂ ਨੂੰ ਇਹ ਦਿੱਕਤਾਂ ਆਉਂਦੀਆਂ, ਸਾਨੂੰ ਇਹ ਪ੍ਰੋਬਲਮ ਨਹੀਂ ਆਉਣੀਆਂ ਜੀ। ਇਹ ਜਿਹੜੇ ਸਾਡੇ ਬੱਚੇ ਹੈਗੇ ਆ ਜਾਂ ਅਸੀਂ ਠੀਕ ਠਾਕ ਹੀ ਹੋਣਾ, ਸਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਹਾਂਜੀ। ਤੇ ਇਸ ਕਰਕੇ ਅਸੀਂ ਜਿਹੜਾ ਆਪਣਾ ਫਿਊਚਰ ਹੈਗਾ ਉਹ ਜਿਹੜੇ ਬੁਢਾਪੇ ਦੇ ਸਾਲ ਹੈਗੇ ਆ ਉਹਨਾਂ ਦੇ ਵਾਸਤੇ ਕੋਈ ਪਲੈਨਿੰਗ ਨਹੀਂ ਕਰਦੇ। ਬਿਲਕੁਲ ਬਿਲਕੁਲ। ਤੇ ਜ਼ਰੂਰੀ ਤਾਂ ਇਹ ਹੈ ਕਿ ਜੇ ਅਸੀਂ ਉਹਦੇ ਬਾਰੇ ਪਹਿਲਾਂ ਸੋਚਿਆ ਹੋਵੇ ਤੇ ਉਹਦੇ ਬਾਰੇ ਸਾਡੇ ਕੋਲ ਜਾਣਕਾਰੀ ਹੋਵੇ ਤਾਂ ਪਲਾਨ ਬਣਾਇਆ ਹੋਵੇ ਤਾਂ ਅਸੀਂ ਫਿਰ ਜਿਸ ਤਰ੍ਹਾਂ ਸਮਾਂ ਆਉਂਦਾ ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਆ ਹਾਂਜੀ ਤਾਂ ਉਹਦੇ ਮੁਤਾਬਕ ਅਸੀਂ ਪਲਾਨ ਦੇ ਮੁਤਾਬਕ ਚੱਲ ਸਕਦੇ ਹਾਂ ਹਾਂਜੀ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਸ ਵੇਲੇ ਤਾਂ ਬੱਚੇ ਛੋਟੇ ਹੁੰਦੇ ਆ ਆਮ ਕਰਕੇ ਇੱਥੇ 3 ਬੈਡਰੂਮ ਘਰ ਹੁੰਦੇ ਆ ਜੀ ਤੇ ਬੱਚੇ ਛੋਟੇ ਹੁੰਦੇ ਆ ਤੇ ਕਪਲ ਜਿਹੜਾ ਹੈਗਾ ਉਹ 3 ਬੈਡਰੂਮ ਦੇ ਘਰ ਦੇ ਵਿੱਚ ਬੜੇ ਆਸਾਨੀ ਦੇ ਨਾਲ ਰਹਿ ਸਕਦੇ ਆ ਹਾਂਜੀ। ਤੇ ਲੇਕਿਨ ਜਿੱਦਾਂ ਜਿੱਦਾਂ ਜਿਹੜੇ ਬੱਚੇ ਵੱਡੇ ਹੁੰਦੇ ਉਹਨਾਂ ਨੂੰ ਵੀ ਫਿਰ ਜਿਹੜੇ ਹੈਗੇ ਇਕੱਲੇ ਇਕੱਲੇ ਨੂੰ ਕਮਰਾ ਚਾਹੀਦਾ ਹੁੰਦਾ ਹਾਂਜੀ। ਤੇ ਆਮ ਕਰਕੇ ਤਾਂ ਉਹਨਾਂ ਦੇ ਲਈ ਜਿਹੜੇ ਹੈਗੇ ਉਹ ਕਮਰੇ ਛੋਟੇ ਹੋ ਜਾਂਦੇ ਆ ਜੀ। ਤੇ ਜਿਸ ਵੇਲੇ ਜਿਹੜੇ ਮਾਂ-ਬਾਪ ਹੁੰਦੇ ਜਿਸ ਵੇਲੇ ਉਹ ਬੁੱਢੇ ਹੋ ਜਾਂਦੇ ਆ ਹਾਂਜੀ ਤੇ ਉਹਨਾਂ ਨੂੰ ਕਈ ਦਫਾ ਕਿਉਂਕਿ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਕਿਸੇ ਦਾ ਗੋਡਾ ਦੁਖਦਾ ਹੁੰਦਾ, ਕਿਸੇ ਦਾ ਪੈਰ ਦੁਖਦਾ ਹੁੰਦਾ ਜੀ ਤੇ ਜਾਂ ਕਿਸੇ ਨੂੰ ਸੌਣ ਦੀ ਤਕਲੀਫ ਹੁੰਦੀ ਆ ਜੀ। ਸੋ ਉਹਨਾਂ ਨੂੰ ਵੀ ਕਈ ਵਾਰੀ ਇਕੱਲੇ ਨੂੰ ਕਮਰਾ ਚਾਹੀਦਾ ਹੁੰਦਾ ਜੀ। ਤੇ ਜੇ ਫਿਰ ਪਰਿਵਾਰ ਦੇ ਵਿੱਚ 1-2 ਬੱਚੇ ਵੀ ਹੈਗੇ ਆ ਹਾਂਜੀ ਤੇ ਫਿਰ ਉਹ ਬੜੀ ਮੁਸ਼ਕਿਲ ਪੈਦਾ ਹੋ ਜਾਂਦੀ ਆ ਤੇ ਇਹ ਫਿਰ ਫੈਸਲਾ ਕਰਨਾ ਪੈਂਦਾ ਕਿ ਜਾਂ ਵੱਡਾ ਘਰ ਲਿਆ ਜਾਵੇ ਤੇ ਜਾਂ ਫਿਰ ਜਿਹੜੇ ਹੈਗੇ ਆ ਉਹ ਬੱਚੇ ਮੂਵ ਆਊਟ ਹੋਣ ਹਾਂਜੀ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤੀ ਵਾਰੀ ਕੰਮਾਂ ਕਾਰਾਂ ਦੇ ਕਰਕੇ ਵੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਹੋਰ ਸ਼ਹਿਰਾਂ ਦੇ ਵਿੱਚ ਮੂਵ ਹੋਣਾ ਪੈ ਜਾਂਦਾ ਬਿਲਕੁਲ। ਤੇ ਫਿਰ ਜਿਹੜੇ ਮਾਂ-ਬਾਪ ਜੇ ਉਹਨਾਂ ਦੇ ਕੋਲ ਮੰਨ ਲਓ ਕਿ ਖਾਸ ਕਰਕੇ ਜੇ ਵੱਡਾ ਘਰ ਹੈਗਾ ਹਾਂਜੀ ਤੇ ਜੇ ਉਹਨਾਂ ਦੇ ਕੋਲ 4 ਬੈਡਰੂਮ ਦਾ ਘਰ ਹੈਗਾ ਜੀ ਤੇ ਪਹਿਲਾਂ ਤੇ ਜਿਹੜੇ ਸਾਰੇ ਰੂਮ ਹੈਗੇ ਆ ਉਹਨਾਂ ਦੇ ਵਿੱਚ ਬੱਚੇ ਹੁੰਦੇ ਸੀ ਤੇ ਉਹ ਵਰਤੋਂ ਦੇ ਵਿੱਚ ਆਉਂਦੇ ਸੀ ਜੀ। ਲੇਕਿਨ ਜਿਸ ਵੇਲੇ ਉਹ 4 ਬੈਡਰੂਮ ਦੇ ਵਿੱਚੋਂ ਬੱਚੇ ਜਿਹੜੇ ਹੈਗੇ ਮੂਵ ਆਊਟ ਹੋ ਜਾਂਦੇ ਆ ਤੇ ਫਿਰ ਉਹ
ਮਾਂ ਬਾਪ ਦੇ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਆ। ਹਾਂਜੀ। ਇੱਕ ਤੇ ਵੱਡੇ ਘਰ ਦੀ ਜਿਹੜੀ ਹੈਗੀ ਆ ਉਹ ਦੇਖਭਾਲ ਕਿੱਦਾਂ ਕਰਨੀ ਜੀ। ਤੇ ਉਹਦੇ ਜਿਹੜੇ ਬਿੱਲ ਵਗੈਰਾ ਹੈਗੇ ਉਹ ਵੀ ਮੁਸ਼ਕਲ ਹੋ ਜਾਂਦੇ ਆ। ਹਾਂਜੀ। ਤੇ ਇੱਕ ਪਾਸੇ ਤਾਂ ਮਾਂ ਬਾਪ ਦੇ ਵਾਸਤੇ ਇਹ ਮੁਸ਼ਕਲ ਹੁੰਦੀ ਆ ਬਜ਼ੁਰਗਾਂ ਦੇ ਵਾਸਤੇ ਕਿ ਉਹਨਾਂ ਨੂੰ ਉਹਨਾਂ ਦਾ ਖਾਣਾ ਪੀਣਾ ਕਿੱਥੋਂ ਆਊਗਾ। ਹਾਂਜੀ। ਉਹ ਘਰ ਦੀ ਸਾਫ ਸਫਾਈ ਕਿੱਦਾਂ ਹੋਊਗੀ, ਕਿਵੇਂ ਕਰਨਗੇ। ਹਾਂਜੀ। ਪਰ ਅਸੀਂ ਨਵਦੀਪ ਜੀ ਆਪਣੀ ਜਿਹੜੀ ਨਾ ਅਟੈਚਮੈਂਟਸ ਹੈਗੀਆਂ ਹਾਂਜੀ, ਉਹ ਇੰਨੀਆਂ ਵੱਡੀਆਂ ਕੀਤੀਆਂ, ਇੰਨੀਆਂ ਵਧਾਈਆਂ ਹੈਗੀਆਂ ਕਿ ਜਿਹੜਾ ਸਾਡਾ ਪੁੱਤਰ ਮੋਹ ਹੈਗਾ। ਹਾਂਜੀ। ਤੇ ਅਸੀਂ ਆਮ ਕਰਕੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਸੋਚਿਆ ਜਾਂਦਾ ਕਿ ਹੈਗਾ ਵੀ ਹੈ ਕਿ ਜੋ ਕੁਝ ਸਾਡਾ ਹੈਗਾ ਉਹ ਅਸੀਂ ਬੱਚਿਆਂ ਦੇ ਵਾਸਤੇ ਛੱਡ ਕੇ ਜਾਣਾ। ਜੀ। ਅਸੀਂ ਇਹ ਵੀ ਕਰਦੇ ਹਾਂ ਕਿ ਬੱਚਿਆਂ ਦੇ ਵਾਸਤੇ ਬਚਾਉਂਦੇ ਅਸੀਂ ਆਪਣਾ ਜੀਵਨ ਵਧੀਆ ਬਤੀਤ ਕਰਨ ਦੀ ਬਜਾਏ ਹਾਂਜੀ, ਉਹ ਸਾਰਾ ਕੁਝ ਬੱਚਿਆਂ ਦੇ ਵਾਸਤੇ ਬਚਾ ਕੇ ਰੱਖਦੇ ਹਾਂ। ਬਿਲਕੁਲ। ਮੈਂ ਤਾਂ ਕਹੂੰਗਾ ਕਿ ਸਾਨੂੰ ਇਹ ਵੀ ਚਾਹੀਦਾ ਹੈ ਕਿ ਤੁਸੀਂ ਆਪਣਾ ਵਧੀਆ ਜੀਵਨ ਬਤੀਤ ਕਰੋ, ਤੁਸੀਂ ਵਧੀਆ ਕੱਪੜੇ ਪਾਓ, ਵਧੀਆ ਖਾਣਾ ਖਾਓ ਜੀ, ਨਾਲ ਤੁਸੀਂ ਜਿਹੜੇ ਆਪਣੇ ਹੌਲੀਡੇ ਵਗੈਰਾ ਵੀ ਕਰੋ। ਹਾਂਜੀ। ਤੇ ਆਪਣੀ ਜਿਹੜੀ ਹੈਗੀ ਹੈ ਐਂਟਰਟੇਨਮੈਂਟ ਉਹਦਾ ਵੀ ਇੰਤਜ਼ਾਮ ਕਰੋ। ਹਾਂਜੀ। ਹੁਣ ਮੈਂ ਕਈ ਵਾਰੀ ਦੇਖਿਆ ਕਿ ਕਈ ਕੇਸਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਉਹਦੇ ਕੋਲ ਪਹਿਲਾਂ ਕਾਰ ਹੁੰਦੀ ਆ ਜੀ, ਤੇ ਉਹ ਕਾਰ ਦਾ ਮੰਨ ਲਓ ਕਿ ਜੇ ਸਾਲ ਦਾ 3-4 ਹਜ਼ਾਰ ਪਾਉਂਡ ਖਰਚ ਆਉਂਦਾ ਜੀ, ਤੇ ਜੇ ਉਹ ਕਾਰ ਨਹੀਂ ਚਲਾ ਸਕਦੇ ਤੇ ਕਾਰ ਵੇਚ ਕੇ ਤੇ ਉਹ ਟੈਕਸੀ ਵਰਤ ਸਕਦੇ ਆ। ਹਾਂਜੀ। ਤੇ ਅਸੀਂ ਟੈਕਸੀ ਨਹੀਂ ਵਰਤਦੇ, ਅਸੀਂ ਜਾਣਾ ਨਹੀਂ ਕਿਤੇ। ਹਾਂਜੀ। ਜਾਂ ਤਾਂ ਅਸੀਂ ਕਹਿਣਾ ਕਿ ਸਾਨੂੰ ਕੋਈ ਲੈ ਕੇ ਜਾਵੇ, ਤਾਂ ਇਹਦੀ ਬਜਾਏ ਇਹ ਸੋਚਣ ਦੀ ਕਿ ਦੇਖੋ ਜੀ ਜਦੋਂ ਸਾਨੂੰ 4000 ਪਾਉਂਡ ਸਾਲ ਦਾ ਬਚਦਾ ਕਾਰ ਤੇ ਖਰਚੇ ਤੋਂ, ਤੁਸੀਂ ਟੈਕਸੀ ਤੇ ਲਾ ਲਓ। ਹਾਂਜੀ। ਜਿਹੜੇ ਕਿ ਤੁਸੀਂ ਬੜੀ ਆਸਾਨੀ ਦੇ ਨਾਲ ਜੇ ਰੋਜ਼ ਵੀ ਇੱਕ ਵਾਰੀ ਟੈਕਸੀ ਫੜਨੀ ਪਵੇ, ਜਾਂ ਸ਼ਾਪਿੰਗ ਵੀ ਕਰਨ ਜਾਣਾ ਪਵੇ, ਜਾਂ ਕਿਸੇ ਵਿਆਹ ਸ਼ਾਦੀ ਤੇ ਜਾਣਾ ਪਵੇ, ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਵਰਤਣ ਜਾਣਾ ਪਵੇ, ਜਾਂ ਦੋਸਤਾਂ ਦੇ ਜਾਣਾ ਪਵੇ, ਅਸੀਂ ਇਹ ਨਹੀਂ ਕਰਦੇ। ਉਹਦੀ ਬਜਾਏ ਕਿ ਅਸੀਂ ਘਰ ਦੇ ਵਿੱਚ ਬੰਦ ਰਹਿਣਾ ਉਹ ਜਿਹੜਾ ਹੈਗਾ ਉਹ ਕਬੂਲ ਲੈਂਦੇ ਹਾਂ। ਬਿਲਕੁਲ ਬਿਲਕੁਲ। ਮੈਨੂੰ ਇੱਦਾਂ ਮਹਿਸੂਸ ਵੀ ਹੁੰਦਾ ਕਿ ਅਸੀਂ ਜਦੋਂ ਰਹਿੰਦੇ ਇੱਥੇ ਆ, ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ, ਸੁੱਖ ਸਹੂਲਤਾਂ ਸਾਡੀਆਂ ਇੱਥੇ ਦੀਆਂ ਹੈਗੀਆਂ, ਜਿਹੜੇ ਸਾਡੇ ਰਹਿਣ ਸਹਿਣ ਦੇ ਢੰਗ ਹੈਗੇ ਆ ਉਹ ਇੱਥੇ ਦੇ ਹੈਗੇ ਆ, ਪਰ ਜਿਹੜੀ ਸਾਡੀ ਸੋਚ ਹੈ ਕਿਤੇ ਨੂੰ ਕਿਤੇ ਅਸੀਂ ਜਿਨ੍ਹਾਂ ਥਾਵਾਂ ਤੋਂ ਅਸੀਂ ਉੱਠ ਕੇ ਆਏ ਆ, ਅਸੀਂ ਉਹ ਸੋਚ ਉਹੀ ਚੱਲਦੀ ਰੱਖੀ ਆ, ਉਹਦੇ ਵੱਲ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ। ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਅਸੀਂ ਟੈਕਸੀ ਨਹੀਂ ਯੂਜ਼ ਕਰਦੇ, ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਸਾਡੇ ਬੱਚੇ ਹੀ ਸਾਨੂੰ ਲੈ ਕੇ ਜਾਣ ਜੀ, ਜਾਂ ਸਾਨੂੰ ਕੋਈ ਹੋਰ ਹੀ ਲੈ ਕੇ ਜਾਣ। ਇੱਕ ਦੂਸਰੀ ਗੱਲ ਜਿਹਦੇ 'ਤੇ ਆਪਾਂ ਥੋੜ੍ਹਾ ਜਿਹਾ ਟੱਚ ਅਪੋਨ ਕੀਤਾ ਸੀਗਾ, ਆਪਾਂ ਗੱਲ ਕੀਤੀ ਸੀ ਕਿ ਬਹੁਤ ਵਾਰੀ ਮਾਪੇ ਆਪਣਾ ਕਾਫੀ ਸਾਰਾ ਸਮਾਂ ਔਰ ਕਾਫੀ ਸਾਰਾ ਧਨ ਜਿਹੜਾ ਲਾ ਕੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਜੀ, ਔਰ ਉਹਨਾਂ ਦੇ ਬੱਚੇ ਕਾਬਲ ਆ, ਉਹ ਪੜ੍ਹ ਲਿਖ ਵੀ ਬਹੁਤ ਜਾਂਦੇ ਆ। ਹਾਂਜੀ। ਸੋ ਉਹਨਾਂ ਦੇ ਲਈ ਕਈ ਵਾਰੀ ਜਿਸ ਖਿੱਤੇ ਦੇ ਵਿੱਚ, ਜਿਸ ਸਬਜੈਕਟ ਦੇ ਵਿੱਚ ਉਹ ਪੜ੍ਹੇ ਹੁੰਦੇ ਆ, ਉਹਨਾਂ ਲਈ ਉਹਨਾਂ ਦੇ ਸ਼ਹਿਰ ਦੇ ਵਿੱਚ ਨੌਕਰੀਆਂ ਜਿਹੜੀਆਂ ਹੋਣੀਆਂ ਹਾਂਜੀ ਉਸ ਖੇਤਰ ਦੀਆਂ, ਉਹ ਉਹਨਾਂ ਨੂੰ ਨਹੀਂ ਮਿਲਦੀਆਂ ਜੀ। ਉਹਦੇ ਲਈ ਫਿਰ ਉਹਨਾਂ ਨੂੰ ਦੂਸਰੇ ਥਾਵਾਂ 'ਤੇ ਜਿਹੜਾ ਹੈਗਾ ਉਹ ਜਾਣ ਦੀ ਲੋੜ ਪੈਂਦੀ ਆ। ਹਾਂਜੀ। ਸੋ ਉੱਥੇ ਫਿਰ ਅਸੀਂ ਵੀ ਇਹ ਵੀ ਨਹੀਂ ਐਕਸਪੈਕਟ ਕਰ ਸਕਦੇ, ਅਸੀਂ ਇੱਦਾਂ ਵੀ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਹੁਣ ਇੰਨੀ ਪੜ੍ਹਾਈ ਕੀਤੀ ਆ ਤਾਂ ਉਹ ਉਸੇ ਟਾਊਨ ਦੇ ਵਿੱਚ ਰਹਿ ਜਾਣ, ਤਾਂ ਕੋਈ ਮਾੜੀ ਮੋਟੀ ਜਿਹੜੀ ਹੈਗੀ ਆ ਉਹ ਜੋਬ ਕਰਨ। ਬਿਲਕੁਲ ਬਿਲਕੁਲ। ਸੋ ਇੱਕ ਇਹ ਵੀ ਫੈਕਟਰ ਹੈਗਾ ਜੀ। ਸੋ ਤੁਹਾਨੂੰ ਨਹੀਂ ਲੱਗਦਾ ਕਿ ਇੱਦਾਂ ਦੀਆਂ ਸਾਰੀਆਂ ਗੱਲਾਂ ਕਰਨ ਦੇ ਲਈ ਜਿਹੜਾ ਸੋਸ਼ਲ ਸਰਵਿਸਿਜ਼ ਡਿਪਾਰਟਮੈਂਟ ਹੈਗਾ ਆ, ਇੱਥੇ ਦਾ ਮਹਿਕਮਾ ਹੈਗਾ ਜੀ, ਉਹ ਇਹਨਾਂ ਸਾਰੀਆਂ ਗੱਲਾਂ ਲਈ ਸਾਡੇ ਲਈ ਸਹਾਈ ਹੋ ਸਕਦਾ, ਜਾਂ ਉਹ ਆਲਰੇਡੀ ਸੇਵਾਵਾਂ ਇਹਦੇ ਲਈ ਦਿੰਦਾ ਹੈਗਾ, ਔਰ ਸਾਡੀ ਥੋੜ੍ਹੀ ਜਾਣਕਾਰੀ ਨਾ ਹੋਣ ਕਰਕੇ ਹਾਂਜੀ ਅਸੀਂ ਇਹਨਾਂ ਸੇਵਾਵਾਂ ਦਾ ਜਿਹੜਾ ਹੈਗਾ ਪੂਰਾ ਫਾਇਦਾ ਨਹੀਂ ਲੈਂਦੇ ਹੈਗੇ। ਬਿਲਕੁਲ। ਸੋ ਤੁਸੀਂ ਥੋੜ੍ਹੇ ਜਿਹਾ ਅਗਰ ਮੈਨੂੰ ਸੋਸ਼ਲ ਸਰਵਿਸਿਜ਼ ਬਾਰੇ ਇਹ ਦੱਸੋ ਹਾਂਜੀ ਕਿ ਇਹ ਕਿਹੜੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਖਾਸ ਕਰਕੇ ਬਜ਼ੁਰਗਾਂ ਦੇ ਲਈ, ਜਿਹੜੀ ਅਡਲਟ ਸੋਸ਼ਲ ਕੇਅਰ ਹੈਗੀ ਆ ਹਾਂਜੀ, ਉਹਦੇ ਲਈ ਇਹ ਸਾਨੂੰ ਕਿਹੜੀਆਂ ਸੇਵਾਵਾਂ ਦਿੰਦੇ ਹੈਗੇ ਆ, ਔਰ ਉਹ ਸੇਵਾਵਾਂ ਨੂੰ ਪ੍ਰਾਪਤ ਕਰਨਾ ਕਿੰਨਾ ਕੁ ਔਖਾ ਜਾਂ ਸੌਖਾ ਹੈ? ਹਾਂਜੀ ਨਵਦੀਪ ਜੀ, ਜਿਹੜੀ ਸੋਸ਼ਲ ਸਰਵਿਸਿਜ਼ ਮਹਿਕਮਾ ਹੈਗਾ, ਪਹਿਲਾਂ ਤਾਂ ਇਹ ਮਹਿਕਮਾ ਬਹੁਤ ਵੱਡਾ ਹਾਂਜੀ, ਤੇ ਲੋਕ ਭਲਾਈ ਦੇ ਵਾਸਤੇ ਹਰੇਕ ਤਰ੍ਹਾਂ ਦੀ ਜਿਹੜੀ ਸੁਵਿਧਾ, ਜਿਹੜੀ ਮਦਦ ਹੈਗੀ ਆ ਉਹ ਦਿੰਦੇ ਹੈਗੇ ਆ ਹਾਂਜੀ। ਜਿਸ ਤਰ੍ਹਾਂ ਕਿ ਜਦੋਂ ਕੋਈ ਬੰਦਾ ਬਿਮਾਰ ਵੀ ਹੋ ਜਾਂਦਾ ਜੀ, ਤੇ ਉਹ ਫਿਰ ਹਸਪੀਟਲ ਦੇ ਵਿੱਚ ਹੀ ਅਸੈਸਮੈਂਟ ਕੀਤੀ ਜਾਂਦੀ ਆ ਹਾਂਜੀ, ਕਿ ਜਿਸ ਵੇਲੇ ਇਹ ਜਿਹੜਾ ਬੰਦਾ ਜਿਹੜਾ ਇਹ ਪੇਸ਼ੈਂਟ ਹੈਗਾ, ਇਹ ਜਦੋਂ ਘਰ ਜਾਊਗਾ ਤਾਂ ਉਸ ਨੂੰ ਫਿਰ ਉਹ ਜਿਹੜੀਆਂ ਜਿਸ ਤਰ੍ਹਾਂ ਦੀਆਂ ਸਹੂਲਤਾਂ ਹਸਪੀਟਲ ਦੇ ਵਿੱਚ ਉਸ ਨੂੰ ਮਿਲਦੀਆਂ ਜੀ, ਤੇ ਕੀ ਉਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਉਹ ਘਰ ਦੇ ਵਿੱਚ ਹੈਗੀਆਂ ਕਿ ਨਹੀਂ ਹਾਂਜੀ। ਹੁਣ ਅੱਜ ਆਪਾਂ ਗੱਲ ਕਰਦੇ ਹਾਂ ਬਜ਼ੁਰਗਾਂ ਦੀ ਹਾਂਜੀ, ਤੇ ਬਜ਼ੁਰਗਾਂ ਦੇ ਕਈ ਦਫਾ ਤੇ ਇੱਦਾਂ ਹੀ ਹੁੰਦਾ ਕਿ ਜੇ ਸਿਰਫ ਇੱਕੋ ਹੀ ਬੰਦਾ ਹੈਗਾ ਹਾਂਜੀ, ਤੇ ਉਹ ਬਿਮਾਰ ਪੈ ਜਾਂਦਾ, ਤੇ ਜਦੋਂ ਉਹ ਘਰ ਦੇ ਵਿੱਚ ਜਾਂਦਾ ਤੇ ਉਹਦੇ ਲਈ ਜਿਹੜੀ ਆਫਟਰ ਕੇਅਰ ਹੈਗੀ ਆ ਹਾਂਜੀ, ਤੇ ਉਹਦਾ ਜਿਹੜਾ ਸਾਰਾ ਉਹ ਇੰਤਜ਼ਾਮ ਕਰਦੇ ਆ
ਹਾਂਜੀ ਤੇ ਤਾਂ ਕਿ ਉਹਦੀ ਅੱਛੀ ਦੇਖਭਾਲ ਹੋ ਸਕੇ। ਜੀ ਤੇ ਜੇ ਫਿਰ ਬੱਚੇ ਵੀ ਹੈਗੇ ਆ ਜਾਂ ਜੇ ਪਾਰਟਨਰ ਹੈਗਾ ਉਸ ਬਜ਼ੁਰਗ ਦਾ, ਜੀ ਤੇ ਕੀ ਉਹ ਜਿਹੜੇ ਬਜ਼ੁਰਗ ਹੈਗੇ ਆ ਉਹ ਇਸ ਗੱਲ ਦੇ ਕਾਬਲ ਹੈਗੇ ਆ ਕਿ ਉਹ ਪੇਸ਼ੈਂਟ ਦੀ ਜਾਂ ਦੂਸਰੇ ਪਾਰਟਨਰ ਦੀ ਦੇਖਭਾਲ ਕਰ ਸਕਣ। ਹਾਂਜੀ ਮੈਂ ਤੁਹਾਡੇ ਨਾਲ ਇੱਕ ਤਜਰਬਾ ਸਾਂਝਾ ਕਰਨਾ ਚਾਹੂੰਗਾ ਬਿਲਕੁਲ ਬਿਲਕੁਲ। ਹਾਂਜੀ ਕਿ ਇੱਕ ਬਜ਼ੁਰਗ ਘਰ ਦੇ ਵਿੱਚ ਰਹਿ ਰਿਹਾ ਸੀ ਹਾਂਜੀ ਕਿ ਜਿਹੜਾ ਬੰਦਾ ਸੀ ਹਾਂਜੀ। ਉਹ ਉਸ ਦਾ ਭਾਰ ਸੀ ਤਕਰੀਬਨ 17-18 ਸਟੋਨ। ਅੱਛਾ ਜੀ। ਤੇ ਕਿਲੋਆਂ ਦੇ ਵਿੱਚ ਕਿੰਨਾ ਕੁ ਹੋ ਗਿਆ ਇਹ ਜੀ ਰੱਖ ਲਓ ਕਿ ਉਹਦਾ ਕੁਆਂਟਲ ਤੋਂ ਉੱਪਰ ਹੋ ਗਿਆ। ਬਿਲਕੁਲ ਜੀ ਬਿਲਕੁਲ, ਕੁਆਂਟਲ ਤੋਂ ਜ਼ਿਆਦਾ ਹੋ ਬਿਲਕੁਲ। ਠੀਕ ਹੈ ਜੀ। ਤੇ ਜਿਹੜੀ ਉਸ ਦੀ ਘਰ ਵਾਲੀ ਸੀ ਤੇ ਉਹਦਾ ਜਿਹੜਾ ਵਜ਼ਨ ਮਸ਼ੀਨ 6-7 ਸਟੋਨ ਹੋਣਾ। ਹਾਂਜੀ। ਤੇ ਉਹਦਾ ਕੱਦ ਵੀ ਕੋਈ 4.5 ਫੁੱਟ ਸੀ। ਅੱਛਾ ਜੀ। ਉਹਨਾਂ ਦਾ ਆਪਸ ਵਿੱਚ ਪਿਆਰ ਮੁਹੱਬਤ ਬਹੁਤ ਸੀ। ਤੇ ਜਿਸ ਵੇਲੇ ਉਹਦੇ ਘਰ ਵਾਲਾ ਬਿਮਾਰ ਹੋ ਗਿਆ ਤੇ ਉਸ ਨੂੰ ਔਰਤ ਨੂੰ ਕਿਹਾ ਕਿ ਤੁਹਾਨੂੰ ਰਾਹਤ ਦੇਣ ਦੇ ਵਾਸਤੇ ਅਸੀਂ ਤੁਹਾਨੂੰ 2 ਹਫ਼ਤੇ ਦੀ ਜਿਹੜੀ ਛੁੱਟੀ ਹੈਗੀ ਆ ਸੋਸ਼ਲ ਸਰਵਿਸਿਜ਼ ਨੇ ਕਿਹਾ ਜੀ ਕਿ ਅਸੀਂ ਤੁਹਾਨੂੰ ਛੁੱਟੀ ਦੇਣਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਆਰਾਮ ਕਰ ਸਕੋ। ਠੀਕ ਹੈ ਜੀ। ਉਹ ਔਰਤ ਵੀ ਰੋਣ ਲੱਗ ਪਈ ਤੇ ਬੰਦਾ ਵੀ ਰੋਣ ਲੱਗ ਪਿਆ। ਅੱਛਾ ਜੀ। ਉਹ ਕਹਿੰਦੀ ਕਿ ਮੈਂ ਨਹੀਂ ਜਾਣਾ ਤੇ ਬੰਦਾ ਵੀ ਕਹਿੰਦਾ ਕਿ ਇਹੀ ਮੇਰੀ ਲੁੱਕ ਆਫਟਰ ਕਰੇ। ਹਾਂਜੀ। ਹੁਣ ਉਹ ਵਿਚਾਰੀ ਉਹਦੀ ਚੱਕ ਥੱਲ ਨਹੀਂ ਕਰ ਸਕਦੀ। ਹਾਂਜੀ। ਉਹਨੂੰ ਜਿਹੜੀ ਦਿਨ ਰਾਤ ਉਹਦੀ ਦੇਖਭਾਲ ਕਰਨਾ ਉਸ ਦੇ ਵਾਸਤੇ ਵੀ ਬਹੁਤ ਮੁਸ਼ਕਲ ਸੀ। ਮੁਸ਼ਕਲ ਹੈ। ਹਾਂਜੀ। ਤੇ ਜਿਹੜੇ ਉਹਨੇ 2-4 ਸਾਲ ਹੋਰ ਜੀਣਾ ਹੈਗਾ ਜੀ ਤਾਂ ਕਿਉਂਕਿ ਉਹਦੀ ਜਿਹੜੀ ਲਾਈਫ ਇੰਨੀ ਬਿਜ਼ੀ ਹੋ ਗਈ, ਇੰਨਾ ਬੋਝ ਉਹਦੇ ਉੱਤੇ ਪੈ ਗਿਆ ਤੇ ਉਹ ਵੀ ਵਿਚਾਰੀ ਪਹਿਲਾਂ ਤੇ ਜਿਹੜਾ ਸੀਗਾ ਬੰਦਾ ਉਹ ਚੱਲਦਾ ਬਣਿਆ। ਹਾਂਜੀ। ਤਾਂ ਉਹ ਬੋਝ ਝੱਲਣੇ ਕਰਕੇ ਤਾਂ ਉਹ ਵੀ ਵਿਚਾਰੀ ਫਿਰ ਬਹੁਤ ਹੀ ਜਲਦੀ ਇਸ ਦੁਨੀਆ ਤੋਂ ਤੁਰ ਗਈ। ਹਾਂਜੀ। ਸੋ ਇਸ ਕਰਕੇ ਜੇ ਅਸੀਂ ਉਹਨਾਂ ਦੀਆਂ ਸਹੂਲਤਾਂ ਦਾ ਪੂਰਾ ਫਾਇਦਾ ਉਠਾਈਏ ਤੇ ਅਸੀਂ ਇੱਕ ਤੇ ਆਪਣੀ ਜਿਹੜੀ ਹੈਗੀ ਆ ਜ਼ਿੰਦਗੀ ਦੀ ਕੁਆਲਿਟੀ ਉਹ ਵਧੀਆ ਬਣਾ ਸਕਦੇ ਹਾਂ। ਹਾਂਜੀ। ਤੇ ਦੋਵੇਂ ਜਿਹੜੇ ਪਾਰਟਨਰ ਹੈਗੇ ਆ ਤਾਂ ਬੱਚੇ ਵੀ ਜਿਹੜੀ ਸਾਰੀ ਆਪਣੀ ਜ਼ਿੰਦਗੀ ਉਹ ਇੰਜੋਏ ਕਰ ਸਕਦੇ ਆ। ਹਾਂਜੀ। ਤੇ ਪਰ ਉਹ ਜਿਹੜੀ ਸਰਵਿਸਿਜ਼ ਦਿੰਦੇ ਹੈਗੇ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਬੜਾ ਜ਼ਰੂਰੀ ਆ। ਠੀਕ ਹੈ ਜੀ। ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਦਿੰਦੇ ਹੈਗੇ ਆ, ਜਿਸ ਤਰ੍ਹਾਂ ਮੀਲਸ ਔਨ ਵੀਲਸ ਹਾਂਜੀ ਮਿਲ ਜਾਂਦੇ ਜਿਹੜੇ ਬੰਦੇ ਘਰ ਉਹ ਖਾਣਾ ਨਹੀਂ। ਹਾਂਜੀ। ਤੇ ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਟੇਕ ਅਵੇਜ਼ ਅਵੇਲੇਬਲ ਹੁੰਦੇ ਉਹ ਵੀ ਤੁਸੀਂ ਲੈ ਸਕਦੇ ਹੈਗੇ ਆ। ਹਾਂਜੀ। ਤੇ ਜਾਂ ਫਿਰ ਜਿਹੜਾ ਤੁਹਾਨੂੰ ਕੇਅਰ ਵਾਸਤੇ ਪੈਸੇ ਮਿਲਦੇ ਆ ਕੇਅਰਰਸ ਨੂੰ, ਕੇਅਰਰਸ ਦੇ ਪੈਸੇ ਮਿਲਦੇ ਆ ਤਾਂ ਉਹ ਜਿਹੜੀਆਂ ਸਰਵਿਸਿਜ਼ ਤੁਸੀਂ ਉਹ ਬਾਈ ਕਰ ਸਕਦੇ ਆ। ਹਾਂਜੀ। ਤੇ ਇਹ ਜਿਹੜੀ ਜਾਣਕਾਰੀ ਕਿ ਇਹ ਸਰਵਿਸਿਜ਼ ਕਿੱਥੋਂ ਬਾਈ ਕਰਨੀ ਹੈ ਤੇ ਕਿਵੇਂ ਬਾਈ ਕਰਨੀ ਆ, ਹਾਂਜੀ, ਉਹਦੇ ਬਾਰੇ ਵੀ ਜਾਣਕਾਰੀ ਹੋਣੀ ਤੁਹਾਨੂੰ ਲਾਜ਼ਮੀ ਆ। ਬਹੁਤ ਜ਼ਰੂਰੀ ਆ। ਹਾਂਜੀ ਬਲਵੀਰ ਜੀ, ਤੁਸੀਂ ਇੱਕ ਜਿਹੜਾ ਐਗਜ਼ਾਮਪਲ ਯੂਜ਼ ਕੀਤੀ ਆ ਇਹ ਮੇਰੇ ਖਿਆਲ ਬਹੁਤ ਅਸੀਂ ਘੱਟ ਇਸ ਵਾਸਤੇ ਧਿਆਨ ਦਿੰਦੇ ਆ ਕਿ ਜਿਹੜਾ ਵਿਅਕਤੀ ਬਿਮਾਰ ਹੈ ਜਾਂ ਉਹਨੂੰ ਚੱਲਣ ਫਿਰਨ ਦੇ ਵਿੱਚ ਤਕਲੀਫ ਹੈਗੀ ਆ ਜੀ, ਉਹਨਾਂ ਦੀ ਜ਼ਿੰਦਗੀ ਤਾਂ ਲਿਮਿਟਿਡ ਹੁੰਦੀ ਆ, ਪਰ ਜਿਹੜੇ ਉਹਨਾਂ ਦੀ ਲੁੱਕ ਆਫਟਰ ਕਰਦੇ ਆ, ਉਹਨਾਂ ਦੀ ਦੇਖਭਾਲ ਕਰਦੇ ਆ, ਉਹਨਾਂ ਦੀ ਜ਼ਿੰਦਗੀ ਵੀ ਜਿਹੜੀ ਹੈਗੀ ਆ ਉਹ ਕਾਫੀ ਪ੍ਰਭਾਵਿਤ ਹੁੰਦੀ ਆ, ਜਿਨ੍ਹਾਂ ਵੱਲ ਸਾਡਾ ਬਹੁਤ ਸਾਰਾ ਧਿਆਨ ਨਹੀਂ ਜਾਂਦਾ। ਹਾਂਜੀ। ਸੋ ਇਹ ਜਿਹੜੀ ਹੈਗੀ ਆ ਸੋਸ਼ਲ ਸਰਵਿਸਿਜ਼ ਜਿਹੜੀਆਂ ਹੈਗੀਆਂ, ਹਾਂਜੀ, ਇਹ ਜਿਹੜੇ ਕੈਰਰਸ ਹੈਗੇ ਆ ਜੀ, ਜਿਹੜੇ ਦੇਖਭਾਲ ਕਰਦੇ ਆ, ਇਹ ਉਹਨਾਂ ਲਈ ਵੀ ਕੁਛ ਕਰਦੇ ਆ। ਜਿਵੇਂ ਮੇਰੇ ਖਿਆਲ ਤੁਸੀਂ ਇਹਦੇ ਬਾਰੇ ਆਲਰੇਡੀ ਇਸ਼ਾਰਾ ਕਰ ਚੁੱਕੇ ਆ ਜੀ ਕਿ ਜਿਹੜੇ ਕੇਅਰਰ ਹੈਗੇ ਆ ਉਹਨਾਂ ਨੂੰ ਵੀ ਉਹ ਥੋੜ੍ਹੇ ਚਿਰ ਦੇ ਲਈ ਰਿਲੀਫ ਦਿੰਦੇ ਹੈਗੇ ਆ ਕਿ ਹਾਂ ਉਹ ਥੋੜ੍ਹਾ ਚਿਰ ਉਹ ਵੀ ਆਰਾਮ ਕਰ ਸਕਣ ਤਾਂ ਕਿ ਉਹ ਵੀ ਉਹਨਾਂ ਦੀ ਸਿਹਤ ਵੀ ਖਰਾਬ ਨਾ ਹੋਵੇ, ਤਾਂ ਕਿ ਜਿਨ੍ਹਾਂ ਦੀ ਲੁੱਕ ਆਫਟਰ ਉਹ ਕਰ ਰਹੇ ਆ ਉਹਨਾਂ ਦੀ ਜਿਹੜੀ ਦੇਖਭਾਲ ਆ ਉਹ ਸਹੀ ਤਰੀਕੇ ਨਾਲ ਹੋ ਸਕੇ। ਹਾਂਜੀ। ਸੋ ਜੇ ਤੁਸੀਂ ਥੋੜ੍ਹਾ ਬਹੁਤਾ ਇਹਦੇ ਬਾਰੇ ਵੀ ਦੱਸ ਸਕੋ ਕਿ ਕੈਰਰਸ ਦਾ ਇਹਦੇ ਲਈ ਵੀ ਜੇ ਕੋਈ ਸੇਵਾਵਾਂ ਜਿਹੜੀ ਹੈਗੀ ਉਹ ਸੋਸ਼ਲ ਸਰਵਿਸਿਜ਼ ਦਿੰਦੀ ਹੈਗੀ ਆ ਅਤੇ ਉਹ ਕੀ ਹੈਗੀਆਂ, ਜਾਂ ਉਹਨਾਂ ਲਈ ਪਹਿਲਾ ਫਸਟ ਆਫ ਕੰਟੈਕਟ ਜਿਹੜਾ ਹੈਗਾ ਉਹ ਕਿਹਦੇ ਨਾਲ, ਰਾਬਤਾ ਕਿਹਦੇ ਨਾਲ ਕੀਤਾ ਜਾ ਸਕਦਾ। ਮੈਨੂੰ ਮਹਿਸੂਸ ਹੁੰਦਾ ਕਿ ਕਈ ਵਾਰੀ ਜਿਹੜੇ ਸਾਡੇ ਭੈਣ ਭਰਾ ਹੈਗੇ ਆ ਜਾਂ ਬਜ਼ੁਰਗ ਹੈਗੇ ਆ, ਹਾਂਜੀ, ਉਹ ਇਸ ਕਰਕੇ ਜੱਕ ਜਾਂਦੇ ਆ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਰਾਬਤਾ ਕਿਹਦੇ ਨਾਲ ਕਰੀਏ। ਹਾਂਜੀ। ਸੋ ਇੱਕ ਤਾਂ ਇਹ ਮੇਰਾ ਸਵਾਲ ਸੀਗਾ। ਦੂਸਰਾ ਨਾਲ ਲੱਗਦਾ ਸਵਾਲ ਇਹ ਸੀਗਾ ਵੀ ਕਈ ਵਾਰੀ ਅੰਗਰੇਜ਼ੀ ਬੋਲਣ ਦੇ ਵਿੱਚ ਤਕਲੀਫ ਹੁੰਦੀ ਆ ਕਿ ਉਹਦੇ ਲਈ ਵੀ ਕੋਈ ਸੇਵਾਵਾਂ ਹੁੰਦੀਆਂ ਕਿ ਤੁਹਾਡੀ ਉਹਦੇ ਨਾਲ ਕੋਈ ਹੈਲਪ ਹੋ ਸਕੇ ਤਾਂ ਕਿ ਤੁਹਾਨੂੰ ਜਿਹੜੀ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਗੱਲ ਕਰ ਸਕੋ। ਹਾਂਜੀ। ਇਹ ਨਵਦੀਪ ਜੀ, ਪਹਿਲੀ ਤਾਂ ਗੱਲ ਇਹ ਆ ਕਿ ਮੰਨ ਲਓ, ਹਾਂਜੀ, ਜਿਸ ਤਰ੍ਹਾਂ ਜੇ ਅਸੀਂ ਦੋਵੇਂ ਜਣੇ ਇੱਕ ਘਰ ਦੇ ਵਿੱਚ ਰਹਿ ਰਹੇ ਹਾਂ ਜੀ, ਤੇ ਮੰਨ ਲਓ ਕਿ ਮੈਂ ਬਿਮਾਰ ਹੋ ਜਾਂਦਾ, ਹਾਂਜੀ, ਤੇ ਤੁਸੀਂ ਮੇਰੀ ਕੇਅਰ ਕਰ ਰਹੇ ਆ, ਹਾਂਜੀ, ਤੇ ਤੁਸੀਂ ਦਿਨ ਰਾਤ ਮੇਰੀ ਕੇਅਰ ਦੇ ਵਿੱਚ ਲੱਗੇ ਰਹਿੰਦੇ ਆ, ਹਾਂਜੀ, ਤੁਹਾਡਾ ਵੀ ਆਪਣਾ ਜੀਵਨ ਆ, ਬਿਲਕੁਲ, ਤੇ ਤੁਹਾਨੂੰ ਵੀ ਐਂਟਰਟੇਨਮੈਂਟ ਚਾਹੀਦੀ ਆ, ਤੁਹਾਨੂੰ ਵੀ ਰਿਲੈਕਸ ਕਰਨ ਲਈ ਟਾਈਮ ਚਾਹੀਦਾ, ਹਾਂਜੀ, ਤੇ ਜੇ ਤੁਸੀਂ ਤੰਦਰੁਸਤ ਹੋਵੋਗੇ, ਜੇ ਤੁਸੀਂ ਮਾਨਸਿਕ ਤੌਰ 'ਤੇ ਐਨ ਚੰਗੀ ਤਰ੍ਹਾਂ ਕਾਇਮ ਹੋਵੋਗੇ, ਹਾਂਜੀ, ਤਾਂ ਤੁਸੀਂ ਫਿਰ ਮੇਰੀ ਜਿਹੜੀ ਦੇਖਭਾਲ ਹੈਗੀ ਆ ਉਹ ਵਧੀਆ ਕਰ ਸਕੋਗੇ। ਬਿਲਕੁਲ ਬਿਲਕੁਲ। ਤੇ ਜਿਸ ਤਰ੍ਹਾਂ
ਆਪਾਂ ਪਹਿਲਾਂ ਗੱਲ ਕੀਤੀ ਆ ਕਿ ਕਈ ਦਫਾ ਇਦਾਂ ਹੁੰਦਾ ਹਾਂਜੀ ਕਿ ਖਾਸ ਕਰਕੇ ਸਾਡੇ ਸਮਾਜ ਦੇ ਵਿੱਚ ਇਹ ਵੀ ਗੱਲ ਹੁੰਦੀ ਆ ਜੀ ਕਿ ਜੇ ਘਰ ਦੇ ਵਿੱਚ ਇੱਕ ਔਰਤ ਆ ਹਾਂਜੀ ਤੇ ਘਰ ਦੇ ਵਿੱਚ ਮੰਨ ਲਓ ਕਿ ਇੱਕ ਹਸਬੈਂਡ ਆ ਤੇ ਗਾਹਾਂ 2 ਜਾਂ 3 ਬੱਚੇ ਆ ਜਾਂ ਹਾਂਜੀ। ਛੋਟੇ ਬੱਚੇ ਹੈਗੇ ਆ, ਇੱਕ ਉਸ ਔਰਤ ਤੋਂ ਹੀ ਐਕਸਪੈਕਟ ਕੀਤਾ ਜਾਂਦਾ ਕਿ ਉਹ ਹੀ ਰੋਟੀ ਬਣਾਵੇ, ਉਹ ਹੀ ਜਿਹੜੇ ਘਰ ਦੀ ਸਾਫ਼ ਸਫਾਈ ਕਰੇ ਹਾਂਜੀ ਤੇ ਘਰ ਦਾ ਜਿਹੜਾ ਸਾਰਾ ਰਨਿੰਗ ਹੈਗੀ ਆ ਉਹੀ ਔਰਤ ਕਰੇ। ਔਰਤ ਕਰੇ ਹਾਂਜੀ ਕਈ ਘਰਾਂ ਦੇ ਵਿੱਚ ਹੈਗਾ ਇਦਾਂ ਜਿਹੜੇ ਮਰਦ ਹੈਗੇ ਆ ਉਹ ਸਾਂਝ ਪਾ ਕੇ ਤੇ ਇਕੱਠੇ ਰਲ ਕੇ ਕੰਮ ਕਰ ਲੈਂਦੇ ਆ, ਜੀ ਇਹ ਤੇ ਵਧੀਆ ਗੱਲ ਹੋਵੇਗੀ। ਹਾਂਜੀ ਪਰ ਜਿਹੜੇ ਘਰ ਦੇ ਵਿੱਚ ਇਹ ਸੋਚਿਆ ਜਾਂਦਾ ਕਿ ਇਕੱਲੀ ਔਰਤ ਦੇ ਉੱਤੇ ਬੋਝ ਪਾ ਦਿਓ, ਜੀ ਤੇ ਜੇ ਉਸ ਔਰਤ ਨੇ ਹੋਰ ਗਾਹਾਂ 4 ਸਾਲ ਜੀਣਾ ਹਾਂਜੀ ਤਾਂ ਉਹਦੀ ਜਿਹੜੀ ਸਿਹਤ ਹੈਗੀ ਆ ਉਹ 1-ਅੱਧੇ ਸਾਲ ਦੇ ਵਿੱਚ ਨਿਕਲ ਜਾਏਗੀ ਬਿਲਕੁਲ ਤੇ ਉਹ ਜਿਹੜੀ ਫਿਰ ਉਹ ਦੂਜਿਆਂ ਦੀ ਦੇਖਭਾਲ ਕਰ ਸਕਦੀ ਆ ਹਾਂਜੀ ਉਹ ਵੀ ਨਹੀਂ ਕਰ ਸਕੇਗੀ। ਇੱਕ ਤਾਂ ਜਿਹੜੇ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਹੋ ਗਿਆ ਹਾਂਜੀ ਤੇ ਦੂਜਾ ਜਿਹੜੀ ਉਹਨਾਂ ਨੇ ਜਿਹਦੀ ਕੇਅਰ ਕਰਨੀ ਆ ਉਹਨਾਂ ਤੇ ਵੀ ਹੋ ਗਿਆ। ਹਾਂਜੀ ਇਹਦੇ ਨਾਲੇ ਨਾਲ ਜਿਸ ਤਰ੍ਹਾਂ ਕਿ ਜੇ ਤਾਂ ਤੁਹਾਡੇ ਦੇ ਕੋਲ ਇਨਕਮ ਹੈਗੀ ਆ ਜਾਂ ਤੁਹਾਡੇ ਕੋਲ ਪੈਸਾ ਹੈਗਾ ਹਾਂਜੀ ਤਾਂ ਉਹਦਾ ਫਿਰ ਜਿਹੜਾ ਸਿਸਟਮ ਹੈ, ਜਿਹੜੇ ਸੋਸ਼ਲ ਸਰਵਿਸਿਜ਼ ਵਾਲੇ ਹੈਗੇ ਆ ਉਹ ਫਿਰ ਅਸੈਸਮੈਂਟ ਕਰਦੇ ਆ ਅੱਛਾ ਜੀ ਕਿ ਤੁਹਾਡੇ ਕੋਲ ਕਿੰਨੇ ਪੈਸੇ ਹੈਗੇ ਆ ਹਾਂਜੀ ਤੇ ਤੁਹਾਨੂੰ ਕਿਹੜੀ ਸਰਵਿਸਿਜ਼ ਚਾਹੀਦੀ ਆ ਤੇ ਤੁਸੀਂ ਉਹਦੇ ਪੈਸੇ, ਉਹ ਜਿਹੜੇ ਪੈਸੇ ਹੈਗੇ ਆ ਉਹਦੇ ਵਿੱਚੋਂ ਕਿੰਨੇ ਵਰਤ ਸਕਦੇ ਆ, ਹਾਂਜੀ ਉਹਦੇ ਵਿੱਚ ਕਿੰਨੇ ਪਾ ਸਕਦੇ ਆ ਜੀ ਤੇ ਜੇ ਉਹ ਪੈਸਿਆਂ ਦੇ ਵਿੱਚ ਕੁਝ ਘੱਟ ਵੱਧ ਹੋਵੇ ਤਾਂ ਫਿਰ ਉਹ ਉਸ ਨੂੰ ਕਿਸ ਤਰ੍ਹਾਂ ਪੂਰਾ ਕਰਨਗੇ, ਠੀਕ ਤਾਂ ਹੈ ਕਿਹੜੀ ਜਿਹੜੀ ਸਰਵਿਸਿਜ਼ ਹੈਗੀ ਆ ਉਹ ਪ੍ਰੋਵਾਈਡ ਕਰ ਸਕਦੇ ਆ। ਹਾਂਜੀ ਬਹੁਤੇ ਕੇਸਾਂ ਦੇ ਵਿੱਚ ਇਦਾਂ ਹੁੰਦਾ ਕਿ ਅਸੀਂ ਦੱਸਣਾ ਨਹੀਂ ਚਾਹੁੰਦੇ ਕਿ ਸਾਡੇ ਕੋਲ ਪੈਸੇ ਕਿੰਨੇ ਆ, ਕਿੰਨੇ ਹੈਗੇ ਆ ਹਾਂਜੀ ਕਿ ਇਹ ਸਾਡੇ ਕੋਲੋਂ ਪੈਸੇ ਲੈ ਲੈਣਗੇ ਜਾਂ ਸਾਡੇ ਜਿਹੜੇ ਪੈਸੇ ਖਰਚਾ ਦੇਣਗੇ। ਹਾਂਜੀ ਤੇ ਜਿੱਥੇ ਤੱਕ ਮੈਨੂੰ ਪਤਾ ਜੀ ਕਿ ਜੇ ਤੁਸੀਂ ਉਹਨਾਂ ਨੂੰ ਨਹੀਂ ਦੱਸਦੇ ਹਾਂਜੀ ਤੇ ਫਿਰ ਉਹਨਾਂ ਨੇ ਕਹਿਣਾ ਕਿ ਇਹ ਜਿਹੜਾ ਸਾਰਾ ਖਰਚਾ ਹੈਗਾ ਤੁਸੀਂ ਆਪਣੇ ਕੋਲੋਂ ਕਰੋ ਠੀਕ ਆ ਉਹ ਦੇਖਣਗੇ ਹਾਂਜੀ ਕਿ ਫਿਰ ਤੁਸੀਂ ਆਪਣਾ ਖਰਚਾ ਨਹੀਂ ਕਰ ਰਹੇ ਜਾਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਹਾਂਜੀ ਤਾਂ ਫਿਰ ਤਾਂ ਉਹ ਵਾਪਸ ਆ ਜਾਣਗੇ ਜੀ ਪਰ ਜੇ ਤੁਹਾਡੇ ਕੋਲ ਪੈਸੇ ਹੈਗੇ ਤੁਸੀਂ ਨਹੀਂ ਖਰਚਦੇ ਜੀ ਤਾਂ ਫਿਰ ਤੁਹਾਡੀ ਜ਼ਿੰਦਗੀ ਦੇ ਉੱਤੇ ਅਸਰ ਹੋਣਾ। ਹਾਂਜੀ ਸੋ ਦੋਨਾਂ ਨੂੰ ਰਲ ਕੇ ਕੰਮ ਕਰਨਾ ਪੈਂਦਾ ਜੀ ਤੇ ਜਿਸ ਵੇਲੇ ਕਿ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਇਹ ਜਿਹੜੀ ਸਰਵਿਸ ਹਾਸਲ ਕਰਨ ਦੇ ਵਾਸਤੇ ਅਸੀਂ ਕਿੱਥੇ ਜਾਈਏ, ਹਾਂਜੀ ਹਰੇਕ ਸ਼ਹਿਰ ਦੇ ਵਿੱਚ ਜਿਹੜੀਆਂ ਕੌਂਸਲਾਂ ਹੈਗੀਆਂ ਉੱਥੇ ਕਾਉਂਸਲ ਹਾਊਸ ਦੇ ਵਿੱਚ ਸੋਸ਼ਲ ਸਰਵਿਸਿਜ਼ ਦਾ ਮਹਿਕਮਾ ਹੁੰਦਾ ਜੀ ਤੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਤੇ ਤੁਸੀਂ ਆਪ ਫੋਨ ਕਰ ਸਕਦੇ ਆ ਹਾਂਜੀ ਤੇ ਜਾਂ ਫਿਰ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਦੋਸਤ ਨੂੰ ਜਾਂ ਕਿਸੇ ਗੁਆਂਢੀ ਨੂੰ ਹਾਂਜੀ ਜਾਂ ਜਿਹੜਾ ਵੀ ਕੋਈ ਬੰਦਾ ਉਹਨਾਂ ਦੇ ਨਾਲ ਗੱਲਬਾਤ ਕਰ ਸਕਦਾ ਜੀ ਤੇ ਫਿਰ ਉਹ ਉਹਨਾਂ ਨੂੰ ਰੈਫਰ ਕਰ ਸਕਦਾ ਕਿ ਇਹਨਾਂ ਨੂੰ ਆਹ ਪ੍ਰੋਬਲਮ ਹੈਗੀ, ਇਹਨਾਂ ਨੂੰ ਇਸ ਤਰ੍ਹਾਂ ਦੀ ਸਹੂਲਤ ਚਾਹੀਦੀ ਜਾਂ ਇਹਨਾਂ ਦੀ ਮਦਦ ਕੀਤੀ ਜਾਵੇ। ਠੀਕ ਆ ਤੇ ਦੂਸਰੇ ਪਾਸੇ ਤੁਸੀਂ ਇਹ ਕਿਹਾ ਸੀਗਾ ਕਿ ਜੇ ਕਿਸੇ ਨੂੰ ਬੋਲੀ ਬੋਲਣ ਦੇ ਵਿੱਚ ਦਿੱਕਤ ਆਉਂਦੀ ਆ ਹਾਂਜੀ ਤੇ ਹਰੇਕ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਜਿਹੜੀ ਹੈਗੀ ਆ ਉਹ ਇੰਟਰਪ੍ਰੈਟਰਸ ਦੀ ਸਹੂਲਤ ਉਹ ਮੌਜੂਦ ਹੈਗੀ ਆ ਹਾਂਜੀ ਤੇ ਜਿਹੜੇ ਸੋਸ਼ਲ ਸਰਵਿਸਿਜ਼ ਹੈਗੇ ਆ ਉਹ ਹਰੇਕ ਤਰ੍ਹਾਂ ਦੇ ਬੋਲਣ ਦਾ ਇੰਤਜ਼ਾਮ ਕਰ ਸਕਦੇ ਆ, ਉਹ ਕਰਦੇ ਵੀ ਆ। ਹਾਂਜੀ ਤੇ ਕਈ ਦਫਾ ਤੇ ਇਦਾਂ ਹੁੰਦਾ ਕਿ ਅਸੀਂ ਕਹਿ ਦਿੰਦੇ ਛੱਡੋ ਪਰੇ, ਅਸੀਂ ਕੀ ਉਹਨਾਂ ਨੂੰ ਕਹਿਣਾ, ਕੀ ਬੋਝ ਪਾਉਣਾ, ਹਾਂਜੀ ਕੋਈ ਲੋੜ ਨਹੀਂ, ਅਸੀਂ ਆਪੇ ਹੀ ਟੁੱਟੀ ਭੱਜੀ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਦੱਸ ਦਈਏ। ਹਾਂਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੀ ਸਹੂਲਤ ਅਵੇਲੇਬਲ ਹੈਗੀ ਆ, ਜਿਹੜੀ ਸਹੂਲਤ ਉਹ ਦਿੰਦੇ ਆ ਉਹਦਾ ਫਾਇਦਾ ਉਠਾਉਣਾ ਚਾਹੀਦਾ ਜੀ। ਉਹਨਾਂ ਦੇ ਨਾਲ ਰਲ ਕੇ ਹਾਂਜੀ ਇੱਕ ਯੂਨਿਟ ਦੇ ਤੌਰ ਤੇ ਮਿਲ ਕੇ ਕੰਮ ਕਰਨਾ ਚਾਹੀਦਾ। ਠੀਕ ਆ। ਜਿਹੜੀਆਂ ਉਹ ਸੇਵਾਵਾਂ ਦਿੰਦੇ ਉਹਨਾਂ ਨੂੰ ਸਮਝਣਾ ਚਾਹੀਦਾ। ਜਿਹੜੀਆਂ ਤੁਹਾਨੂੰ ਸੇਵਾਵਾਂ, ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈਗੀ ਆ ਉਹ ਉਹਨਾਂ ਨੂੰ ਦੱਸਣੀ ਚਾਹੀਦੀ ਆ, ਤਾਂ ਕਿ ਜਿਹੜੀ ਤੁਹਾਡੀ ਆਪਣੀ ਜ਼ਿੰਦਗੀ ਬੁਢਾਪੇ ਦੇ ਵਿੱਚ ਸੁਖਾਲੀ ਬਣਾਉਣ ਦੇ ਵਿੱਚ ਮਦਦ ਹੋ ਸਕੇ। ਤੁਸੀਂ ਉਹਨਾਂ ਦੇ ਨਾਲ ਰਲ ਕੇ ਕੰਮ ਕਰੋਗੇ ਹਾਂਜੀ ਤਾਂ ਤੁਸੀਂ ਆਪਣੀ ਵੀ ਮਦਦ ਕਰ ਰਹੇ ਹੋਵੋਗੇ। ਬਿਲਕੁਲ ਬਿਲਕੁਲ। ਅੱਛਾ, ਇੱਕ ਤਾਂ ਤੁਸੀਂ ਸ਼ਬਦ ਵਰਤਿਆ ਸੀ ਇੰਟਰਪ੍ਰੀਟਰ ਜੀ, ਸੋ ਇਹਦਾ ਮੇਰਾ ਹੈਗਾ ਥੋੜ੍ਹਾ ਜਿਹਾ, ਇਹਨੂੰ ਸੌਖਿਆਂ ਕਰਕੇ ਜੇ ਤੁਸੀਂ ਸਾਨੂੰ ਮਾੜਾ ਜਿਹਾ ਦੱਸ ਦਿਓ ਜੀ ਜੀ ਕਿ ਇਹਦਾ ਕੀ ਮਤਲਬ ਹੈ। ਬਹੁਤ ਸਾਰੇ ਮੇਰਾ ਖਿਆਲ ਮੇਰੇ ਵਰਗੇ ਭੈਣ ਭਰਾ ਹੋਣਗੇ ਜੀ ਜਿਨ੍ਹਾਂ ਦੀ ਇਹ ਬੱਸੋਂ ਬਾਹਰ ਦੀ ਗੱਲ ਹੋਊਗੀ ਜੀ, ਸੋ ਤੁਸੀਂ ਜੇ ਇਹਨੂੰ ਮਾੜਾ ਜਿਹਾ ਦੱਸ ਦਿਓ ਕਿ ਇੰਟਰਪ੍ਰੀਟਰ ਕੀ ਹੁੰਦਾ ਔਰ ਇਹ ਕੀ ਸੇਵਾਵਾਂ ਜੀ ਦਿੰਦਾ। ਜਿਹੜੀ ਨਵਦੀਪ ਜੀ ਇੰਟਰਪ੍ਰੀਟਰ ਦੀ ਸਰਵਿਸ ਹੁੰਦੀ ਨਾ, ਅਸੀਂ ਆਮ ਕਰਕੇ ਇੰਗਲਿਸ਼ ਵਿੱਚ ਇੰਟਰਪ੍ਰੀਟਰ ਕਹਿ ਦਿੰਦੇ ਹਾਂ, ਪੰਜਾਬੀ 'ਚ ਅਸੀਂ ਇੰਟਰਪ੍ਰੀਟਰ ਕਹਿ ਦਿੰਦੇ ਹਾਂ ਜੀ। ਤੇ ਜਾਂ ਬੋਲੀ ਬੋਲਣ ਵਾਲਾ ਜਾਂ ਸਾਡੀ ਭਾਸ਼ਾ ਬੋਲਣ ਵਾਲਾ, ਕੁਛ ਵੀ ਕਹਿ ਲਓ ਹਾਂਜੀ। ਤੇ ਉਹ ਜਿਹੜੀਆਂ ਸਹੂਲਤਾਂ ਹੈਗੀਆਂ, ਹਸਪੀਟਲਾਂ ਵਾਲੇ ਵੀ ਇਹ ਸਹੂਲਤ ਯੂਜ਼ ਕਰਦੇ ਆ ਇੰਟਰਪ੍ਰੀਟਰ ਦੀ ਜੀ, ਕਿ ਤੁਹਾਡੀ ਆਪਣੀ ਬੋਲੀ ਦੇ ਵਿੱਚ ਉਹ ਗੱਲਬਾਤ ਕਰ ਸਕਦੇ ਆ ਹਾਂਜੀ। ਤੇ ਜਿਹੜੇ ਉਹ ਇੰਟਰਪ੍ਰੀਟਰ ਹੁੰਦੇ ਆ ਉਹ ਆਮ ਕਰਕੇ ਕੁਆਲੀਫਾਈਡ ਹੁੰਦੇ ਆ,
ਉਹ ਜਿੱਦਾਂ ਉਹਨਾਂ ਦਾ ਪੇਸ਼ਾ ਹੀ ਇੰਟਰਪ੍ਰੀਟਿੰਗ ਕਰਨ ਦਾ ਹੁੰਦਾ ਕਿ ਅਸੀਂ ਇੰਗਲਿਸ਼ ਬੋਲ ਕੇ ਜੋ ਕੁਝ ਇੰਗਲਿਸ਼ ਵਿੱਚ ਕਿਹਾ ਜਾਂਦਾ ਪੰਜਾਬੀ 'ਚ ਦੱਸਦੇ ਆ, ਜੋ ਕੁਝ ਪੰਜਾਬੀ 'ਚ ਕਿਹਾ ਜਾਂਦਾ ਉਹ ਇੰਗਲਿਸ਼ ਦੇ ਵਿੱਚ ਦੱਸਦੇ ਆ। ਠੀਕ ਆ। ਅਤੇ ਆਮ ਕਰਕੇ ਜਿਹੜੇ ਉਹ ਇੰਟਰਪ੍ਰੇਟਰ ਹੁੰਦੇ ਆ ਉਹ ਗੱਲਬਾਤ ਗੁਪਤ ਰੱਖਦੇ ਆ। ਹਾਂਜੀ। ਅਤੇ ਉਹ ਗੱਲਬਾਤ ਉਹੀ ਕਰਦੇ ਆ ਜਿਹੜੀ ਜਾਂ ਤਾਂ ਪੇਸ਼ੈਂਟ ਨੂੰ ਜਾਂ ਜਿਹੜੀ ਸੇਵਾਵਾਂ ਵਰਤਣ ਵਾਲੇ ਹਾਂਜੀ ਬੰਦੇ ਨੂੰ ਜਿਹੜੀ ਗੱਲ ਕਰਨ ਦੀ ਲੋੜ ਆ। ਠੀਕ ਆ। ਅਤੇ ਇੱਦਾਂ ਵੀ ਹੁੰਦੀ ਹੈ ਕਿ ਕਈ ਦਫਾ ਸਾਨੂੰ ਆਪਣੇ ਬਾਰੇ ਆਪ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਹਿਣਾ ਜਾਂ ਉਸ ਤਰ੍ਹਾਂ ਕਿਹਾ ਜਾਵੇ। ਜੀ ਜੀ। ਅਤੇ ਜਾਂ ਆਪਣੇ ਸਮਾਜ ਦੇ ਮੁਤਾਬਕ ਆਪਣੇ ਧਰਮ ਦੇ ਮੁਤਾਬਕ। ਹਾਂਜੀ। ਅਤੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਕਿਉਂਕਿ ਕਈ ਦਫਾ ਜਿਸ ਵੇਲੇ ਜਿਹੜੇ ਜਿੱਦਾਂ ਇੰਗਲਿਸ਼ ਜਿਹੜੇ ਹੈਗੇ ਆ ਉਹ ਵਰਕਰ ਹੁੰਦੇ ਆ ਜਾਂ ਸੋਸ਼ਲ ਵਰਕਰ ਹੁੰਦੇ ਆ ਜਾਂ ਨਰਸਾਂ ਵਗੈਰਾ ਹੁੰਦੀਆਂ ਉਹਨਾਂ ਨੂੰ ਹੁਣ ਜਿੱਦਾਂ ਜਾਂ ਕਹਿ ਲਓ ਕਿ ਇਸਲਾਮ ਦੇ ਬਾਰੇ ਜਾਂ ਸਿੱਖ ਧਰਮ ਦੇ ਬਾਰੇ ਜਾਂ ਹਿੰਦੂ ਧਰਮ ਦੇ ਬਾਰੇ ਉਹ ਧਰਮਾਂ ਦੇ ਬਾਰੇ ਪਤਾ ਨਹੀਂ ਗਾ ਹੁੰਦਾ ਕਿ ਜਾਂ ਪੱਗ ਕੀ ਹੁੰਦੀ ਹੈ ਜਾਂ ਟੋਪੀ ਕੀ ਹੁੰਦੀ ਜਾਂ ਨਾਂ ਦਾ ਕੀ ਮਤਲਬ ਹੁੰਦਾ। ਅਤੇ ਜਿਹੜੇ ਫਿਰ ਇੰਟਰਪ੍ਰੇਟਰ ਹੁੰਦੇ ਆ ਉਹ ਇਸ ਤਰ੍ਹਾਂ ਦੀ ਵੀ ਜਿਹੜੀਆਂ ਲੋੜਾਂ ਹੁੰਦੀਆਂ ਉਹ ਵੀ ਸਮਝਾ ਦਿੰਦੇ ਨੇ। ਬਹੁਤ ਵਧੀਆ। ਬਲਵੀਰ ਜੀ ਇੱਕ ਜਿਹੜੀ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਜਿਹੜਾ ਇਸ਼ੂ ਵੱਲ ਆਪਾਂ ਇਸ਼ਾਰਾ ਕੀਤਾ ਸੀਗਾ ਉਹ ਸੀਗਾ ਪਲੈਨਿੰਗ ਜੀ, ਕਿ ਬਹੁਤੀ ਵਾਰੀ ਅਸੀਂ ਇਸ ਗੱਲ ਲਈ ਤਿਆਰ ਨਹੀਂ ਹੁੰਦੇ। ਹਾਂਜੀ। ਜਿਵੇਂ ਤੁਸੀਂ ਕਿਹਾ ਸੀਗਾ ਕਿ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਸਾਡੇ ਨੈਕਸਟ ਘਰ ਦੇ ਵਿੱਚ ਰਹਿੰਦਾ ਲਾਗੇ ਰਹਿੰਦਾ ਜਾਂ ਕੋਈ ਹੋਰ ਪਰਿਵਾਰ ਆ ਉਹਨਾਂ ਨੇ ਤਾਂ ਵੱਡੇ ਹੋ ਜਾਣਾ। ਹਾਂਜੀ। ਉਹਨਾਂ ਨੇ ਤਾਂ ਬੁੜੇ ਹੋ ਜਾਣਾ। ਹਾਂਜੀ। ਸ਼ਾਇਦ ਸਾਡੇ ਲਈ ਸਮਾਂ ਰੁਕ ਜਾਣਾ ਜਾਂ ਅਸੀਂ ਇੱਦਾਂ ਦਾ ਹੀ ਰਹਿਣਾ। ਬਿਲਕੁਲ। ਸੋ ਤੁਹਾਡਾ ਇਹਦੇ ਬਾਰੇ ਕੀ ਐਕਸਪੀਰੀਅੰਸ ਹੈਗਾ? ਤੁਸੀਂ ਕਮਿਊਨਿਟੀ ਦੇ ਵਿੱਚ ਵੀ ਕੰਮ ਕਰਦੇ ਆ ਜੀ, ਵੱਖ-ਵੱਖ ਜਿਹੜੇ ਹੈਗੇ ਆ ਭੈਣਾਂ ਭਰਾਵਾਂ ਨਾਲ ਤੁਹਾਡਾ ਬਾਹ ਪੈਂਦਾ ਜੀ, ਅਤੇ ਅਸੀਂ ਜਦੋਂ ਪਲੈਨਿੰਗ ਦੀ ਗੱਲ ਆਉਂਦੀ ਆ ਉਹਦੇ ਬਾਰੇ ਅਸੀਂ ਕਿੰਨਾ ਕੁ ਸੁਚੇਤ ਹੈਗੇ ਆ, ਕਿੰਨੇ ਕੁ ਸੁਚੇਤ ਹੋ ਕੇ ਅਸੀਂ ਆਉਣ ਵਾਲੇ ਸਮੇਂ ਲਈ ਤਿਆਰ ਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਲੋੜਾਂ ਆ ਹਾਂਜੀ ਉਹ ਜੋ ਅੱਜ ਲੋੜ ਹੈਗੀ ਆ ਉਹ ਕੱਲ੍ਹ ਨੂੰ ਨਹੀਂ ਹੋਊਗੀ। ਬਿਲਕੁਲ। ਉਹ 10 ਦਿਨਾਂ ਨੂੰ ਜਾਂ 10 ਸਾਲਾਂ ਨੂੰ ਉਹ ਨਹੀਂ ਹੋਊਗੀ। ਹਾਂਜੀ। ਔਰ ਬਹੁਤ ਸਾਰੀਆਂ ਗੱਲਾਂ ਇਹ ਹੁੰਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਉਹ ਤੁਸੀਂ ਓਵਰਨਾਈਟ ਉਹਨਾਂ ਦਾ ਅਰੇਂਜ ਨਹੀਂ ਕਰ ਸਕਦੇ, ਇੱਕਦਮ ਉਹਨਾਂ ਦਾ ਜਿਹੜਾ ਪ੍ਰਬੰਧ ਨਹੀਂ ਹੋ ਸਕਦਾ, ਉਹਨਾਂ ਦਾ ਤੁਹਾਨੂੰ ਹੌਲੀ ਹੌਲੀ ਪ੍ਰਬੰਧ ਕਰਨਾ ਪੈਂਦਾ ਔਰ ਉਹਦੇ ਲਈ ਸਮਾਂ ਲੱਗਦਾ। ਸੋ ਤੁਸੀਂ ਆਪਣਾ ਜੇ ਐਕਸਪੀਰੀਅੰਸ ਸਾਂਝਾ ਕਰੋ ਇਹਦੇ ਬਾਰੇ। ਹਾਂਜੀ। ਕਿ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਕੀ ਸਾਡੇ ਭੈਣਾਂ ਭਰਾਵਾਂ ਨੂੰ ਦੱਸ ਸਕਦੇ ਹੈਗੇ ਆ ਕਿ ਅਸੀਂ ਕਿੰਨਾ ਕੁ ਤਿਆਰ ਹੋ ਕੇ ਕਿੰਨਾ ਕੁ ਸੁਚੇਤ ਹੋ ਕੇ ਅਸੀਂ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਹੈਗਾ ਉਹ ਤਿਆਰ ਹੁੰਦੇ ਹਾਂ। ਇਹਦੇ ਵਿੱਚ ਨਵਦੀਪ ਜੀ ਇੱਦਾਂ ਹੈ ਕਿ ਮੈਂ ਆਪਣੇ ਜਿਹੜਾ ਲੋਕਾਂ ਦੇ ਵਿੱਚ ਕੰਮ ਕਰਨ ਦੇ ਤਜਰਬੇ ਤੋਂ ਮੈਂ ਦੇਖਿਆ ਹਾਂਜੀ ਕਿ ਜਿਹੜਾ ਪੰਜਾਬੀ ਸਮਾਜ ਹੈਗਾ ਹਾਂਜੀ ਅਤੇ ਮੈਨੂੰ ਮੇਰਾ ਖਿਆਲ ਇਹ ਜਿਹੜੇ ਬਾਕੀ ਦੇ ਸਮਾਜ ਵੀ ਹੈਗੇ ਆ ਜਾਂ ਜਿਸ ਤਰ੍ਹਾਂ ਕਿ ਪਾਕਿਸਤਾਨੀ ਕਮਿਊਨਿਟੀ ਹੈਗੀ ਆ ਜਾਂ ਹੋਰ ਜਿਹੜੇ ਆਪਣੇ ਸਟੇਟਾਂ ਦੇ ਵਿੱਚ ਉੱਥੇ ਵੀ ਇਹੀ ਹਾਲ ਹੈਗਾ ਕਿ ਅਸੀਂ ਨਾ ਤਾਂ ਆਪਣੇ ਕਦੇ ਬੁਢਾਪੇ ਦੇ ਬਾਰੇ ਸੋਚਦੇ ਹਾਂ ਹਾਂਜੀ ਨਾ ਕਦੇ ਇਹ ਸੋਚਿਆ ਕਿ ਸਾਡੀ ਸਿਹਤ ਜਿਹੜੀ ਹੈਗੀ ਆ ਉਹ ਖਰਾਬ ਹੋ ਜਾਵੇਗੀ ਤਾਂ ਫਿਰ ਮੈਨੂੰ ਕੀ ਕਰਨ ਦੀ ਜ਼ਰੂਰਤ ਪਊਗੀ। ਤਾਂ ਇਹਦੇ ਬਾਰੇ ਅਸੀਂ ਬਿਲਕੁਲ ਹੀ ਸੋਚ ਵਿਚਾਰ ਨਹੀਂ ਕਰਦੇ, ਤਾਂ ਉਹਦਾ ਬਿਲਕੁਲ ਹੀ ਅਸੀਂ ਇੰਤਜ਼ਾਮ ਨਹੀਂ ਕਰਦੇ। ਹਾਂਜੀ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮਿਸਾਲ ਦੇ ਤੌਰ 'ਤੇ ਕਿ ਜੇ ਕਿਸੇ ਬਜ਼ੁਰਗ ਦੇ ਕੋਲ 4 ਬੈੱਡਰੂਮ ਦਾ ਘਰ ਹੈਗਾ ਹਾਂਜੀ ਪਹਿਲੀ ਤਾਂ ਉਹਨਾਂ ਦੇ ਕੋਲ ਘਰ ਦੇ ਨਾਲ ਅਟੈਚਮੈਂਟ ਹੋ ਜਾਂਦੀ ਹੈ, ਏਰੀਏ ਦੇ ਨਾਲ ਅਟੈਚਮੈਂਟ ਹੋ ਜਾਂਦੀ ਆ, ਆਂਢੀਆਂ ਗੁਆਂਢੀਆਂ ਦੇ ਨਾਲ ਅਟੈਚਮੈਂਟ ਹੋ ਜਾਂਦੀ ਆ ਹਾਂਜੀ ਅਤੇ ਅਸੀਂ ਉਹ ਏਰੀਆ ਨਹੀਂ ਛੱਡਣਾ ਚਾਹੁੰਦੇ। ਉਸ ਘਰ ਦੇ ਵਿੱਚੋਂ ਜਿਹੜੀਆਂ ਸਾਡੀਆਂ ਯਾਦਾਂ ਉਹਦੇ ਨਾਲ ਉਹਦੇ ਵਿੱਚ ਹੁੰਦੀਆਂ ਉਹ ਅਸੀਂ ਉਹਨੂੰ ਛੱਡਣਾ ਨਹੀਂ ਚਾਹੁੰਦੇ। ਬਿਲਕੁਲ। ਪਰ ਜਿਹੜੀ ਤੁਹਾਡੀ ਨਾ ਉਸ ਸਮੇਂ ਦੀ ਲੋੜ ਹੈਗੀ ਆ ਹਾਂਜੀ ਉਹ ਸਾਨੂੰ ਸਮਝਣੀ ਚਾਹੀਦੀ ਆ ਹਾਂਜੀ ਕਿ ਮੈਂ ਆਪਣੀ ਜ਼ਿੰਦਗੀ ਸੁਖਾਲੀ ਬਣਾਉਣੀ ਆ ਹਾਂਜੀ। ਜਿਵੇਂ ਕਿ ਮੰਨ ਲਓ ਕਿ ਜੇ ਉਹ ਪਹਿਲਾਂ ਹੀ ਪਲਾਨ ਬਣਾ ਲੈਣ ਜੀ ਕਿ ਇਹ ਮੇਰੇ ਕੋਲ 4 ਬੈੱਡਰੂਮ ਘਰ ਹੈਗਾ ਇਹ ਮੈਂ ਹੁਣ ਵੇਚ ਕੇ ਛੋਟਾ ਘਰ ਲੈ ਲਵਾਂ ਹਾਂਜੀ ਕੋਈ ਬੰਗਲੋ ਲੈ ਲਵਾਂ, ਜੇ ਕਿਸੇ ਦੇ ਕੋਈ ਗੋਡਿਆਂ ਦੀ ਪ੍ਰੋਬਲਮ ਆ ਜਾਂ ਪੌੜੀਆਂ ਚੜ੍ਹ ਨਹੀਂ ਸਕਦੇ ਉਤਰ ਨਹੀਂ ਸਕਦੇ। ਕਈ ਬੰਦੇ ਤਾਂ ਜਿਹੜੇ ਉਹ ਇੱਦਾਂ ਦੇ ਵੀ ਹੈ ਕਿ ਜਿਨ੍ਹਾਂ ਨੂੰ ਲਿਫਟ ਵੀ ਵਰਤਣ ਦਾ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ। ਅਤੇ ਇਹਦੇ ਵਿੱਚ ਨਵਦੀਪ ਜੀ ਕਈ ਦਫਾ ਇਹ ਵੀ ਗੱਲ ਆ ਜਾਂਦੀ ਆ ਹਾਂਜੀ ਕਿ ਮੈਂ ਨੋਟਿਸ ਕੀਤਾ ਬਹੁਤ ਸਾਰੇ ਬੰਦੇ ਕਹਿੰਦੇ ਚਲੋ ਛੱਡੋ ਜੀ ਹੁਣ ਕੀ ਕਰਨਾ, ਇਹ ਸਾਡੇ ਲੇਖਾਂ 'ਚ ਇੱਦਾਂ ਲਿਖਿਆ ਸੀ ਹਾਂਜੀ ਹੁਣ ਜੋ ਕੁਝ ਹੋਊਗਾ ਉਹ ਦੇਖੀ ਜਾਊਗੀ। ਠੀਕ ਆ। ਹਾਲਾਂਕਿ ਉਹਨਾਂ ਦੇ ਕੋਲ ਆਪਣੇ ਆਪ ਦੇ ਵਿੱਚ ਵੀ ਕੈਪੇਬਿਲਿਟੀ ਹੁੰਦੀ ਹੈ ਕਿ ਅਸੀਂ ਮਦਦ ਕਰ ਸਕੀਏ ਹਾਂਜੀ। ਅਤੇ ਇੱਕ ਤਾਂ ਪਹਿਲਾਂ ਤਾਂ ਉਹ ਆਪਣੀ ਮਦਦ ਆਪ ਨਹੀਂ ਕਰਦੇ ਹਾਂਜੀ, ਜਿਹਦੇ ਵਾਸਤੇ ਇਹ ਵੀ ਬੜਾ ਲਾਜ਼ਮੀ ਹੁੰਦਾ ਕਿ ਅਸੀਂ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲਈਏ, ਥੋੜ੍ਹਾ ਬਹੁਤਾ ਫਿਰ ਤੁਰ ਲਾਈਏ, ਥੋੜ੍ਹਾ ਬਹੁਤਾ ਅਸੀਂ ਮਨ ਪਰਚਾਵਾ ਕਰ ਲਈਏ ਹਾਂਜੀ।
ਸਾਨੂੰ ਇਹ ਵੀ ਬੜਾ ਜ਼ਰੂਰੀ ਹੁੰਦਾ ਕਿ ਇੱਕ ਦੂਸਰੇ ਦੇ ਨਾਲ ਮਿਲਣਾ ਗਿਲਣਾ, ਆਉਣਾ ਜਾਣਾ, ਗੱਲਬਾਤ ਕਰਨੀ, ਹਾਂਜੀ ਹਾਸਾ ਮਖੌਲ ਕਰਨਾ, ਹਾਂਜੀ ਤੇ ਜਾਂ ਛੁੱਟੀਆਂ ਤੇ ਜਾਣਾ। ਜੀ ਇਹ ਸਾਡੇ ਸਮਾਜ ਦੇ ਵਿੱਚੋਂ ਇਹ ਬਹੁਤ ਮਿਸਿੰਗ ਹੈਗੀ ਆ। ਹਾਂਜੀ। ਤਾਂ ਦੂਸਰੇ ਪਾਸੇ ਜਿਹੜੀ ਅਸੀਂ ਅਟੈਚਮੈਂਟ ਨਾਲ ਲੈ ਕੇ ਬਹਿ ਜਾਂਦੇ ਆ, ਹਾਂਜੀ। ਇਹ ਮੇਰਾ ਘਰ ਹੈ ਜੀ, ਮੇਰੇ ਬੱਚੇ ਇੱਥੇ ਪੈਦਾ ਹੋਏ, ਇੱਥੇ ਵਿਆਹ ਹੋਏ ਜੀ, ਸਾਡੇ ਆਂਢੀ ਗੁਆਂਢੀ ਆ, ਹਾਂਜੀ ਤੁਹਾਤੋਂ ਪੌੜੀਆਂ ਚੜ੍ਹ ਨਹੀਂ ਹੁੰਦਾ, ਹਾਂਜੀ ਤੁਸੀਂ ਗਾਰਡਨ ਦੀ ਲੁੱਕ ਆਫਟਰ ਨਹੀਂ ਕਰ ਸਕਦੇ, ਹਾਂਜੀ ਤੁਸੀਂ ਸਾਫ਼ ਸਫਾਈ ਨਹੀਂ ਕਰ ਸਕਦੇ। ਹਾਂਜੀ ਹੁਣ ਕਈ ਦਫਾ ਜਿਹੜਾ ਬਾਥਰੂਮ ਵੀ ਉੱਤੇ ਹੁੰਦਾ, ਹਾਂਜੀ ਤੇ ਤੁਹਾਨੂੰ ਬਾਥਰੂਮ ਜਿਹੜਾ ਹੈਗਾ ਉਹ ਥੱਲੇ ਚਾਹੀਦਾ ਹੁੰਦਾ ਹਾਂਜੀ। ਤੇ ਉਹ ਫਿਰ ਤੁਸੀਂ ਇਸ ਤਰ੍ਹਾਂ ਦਾ ਆਪਣੀ ਤੁਸੀਂ ਇਹ ਜਿਹੜਾ ਇੰਤਜ਼ਾਮ ਹੈਗਾ, ਜਿਸ ਵੇਲੇ ਨਾ ਤੁਹਾਡੀ ਪੂਰੀ ਬੁੱਧੀ ਕਾਇਮ ਆ, ਹਾਂਜੀ ਜੇ ਤੁਸੀਂ ਉਸ ਵੇਲੇ ਇਹ ਫੈਸਲੇ ਕਰ ਲਓ ਜੀ ਤਾਂ ਤੁਸੀਂ ਬਹੁਤ ਸੁਖਾਲੇ ਰਹੋਗੇ। ਹਾਂਜੀ। ਤਾਂ ਜਿਸ ਵੇਲੇ ਤੁਸੀਂ ਆਪਣੇ ਲਈ ਆਪ ਫੈਸਲੇ ਕਰਨ ਦੇ ਕਾਬਿਲ ਨਹੀਂ ਰਹਿੰਦੇ, ਹਾਂਜੀ, ਤਾਂ ਸਾਫ਼ ਜ਼ਾਹਰ ਹੈ ਕਿ ਉਹ ਜਿਹੜੇ ਫੈਸਲੇ ਤੁਹਾਡੇ ਲਈ ਹੋਰ ਕੋਈ ਕਰੂਗਾ। ਬਿਲਕੁਲ। ਤੇ ਜਿਸ ਵੇਲੇ ਹੋਰ ਕੋਈ ਫੈਸਲੇ ਕਰੂਗਾ, ਕਈ ਦਫਾ ਇਦਾਂ ਹੁੰਦਾ ਤੁਸੀਂ ਬੋਲ ਵੀ ਨਹੀਂ ਸਕਦੇ, ਹਾਂਜੀ ਤੁਸੀਂ ਆਪ ਚੱਲ ਕੇ ਜਾ ਨਹੀਂ ਕਿਤੇ ਸਕਦੇ, ਤਾਂ ਫਿਰ ਤੁਸੀਂ ਇਸ ਕਦਰ ਮਾਯੂਸ ਹੋ ਜਾਂਦੇ ਆ ਕਿ ਬਹੁਤ ਉਦਾਸ ਰਹਿਣ ਲੱਗ ਪੈਂਦੇ ਆ। ਤੇ ਕਿ ਆਹ ਦੇਖੋ ਮੈਂ ਕਿਸ ਤਰ੍ਹਾਂ ਦਾ ਹੁੰਦਾ ਸੀ, ਤੇ ਹੁਣ ਮੇਰੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਕਿਸ ਤਰ੍ਹਾਂ ਦੀ ਬਣ ਗਈ। ਅਸੀਂ ਦੂਜਿਆਂ ਨੂੰ ਕੋਸਣ ਦੀ ਬਜਾਏ, ਆਪਣੇ ਆਪ ਨੂੰ ਕੋਸਣ ਦੀ ਬਜਾਏ, ਹਾਂਜੀ ਅਸੀਂ ਪਹਿਲਾਂ ਤਾਂ ਇਸ ਗੱਲ ਦਾ ਅਸੀਂ ਪਤਾ ਕਰੀਏ ਕਿ ਜੇ ਕੁਝ ਸਾਡੇ ਕੋਲ ਹੈਗਾ ਉਹ ਅਸੀਂ ਆਪਣੇ ਲਈ ਵਧੀਆ ਕਿਸ ਤਰ੍ਹਾਂ ਵਰਤ ਸਕਦੇ ਹਾਂ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹਦੀ ਬਜਾਏ ਕਿ ਮੈਂ ਤਾਂ ਜੀ ਆਪਣਾ ਸਾਰਾ ਕੁਝ ਬੱਚਿਆਂ ਤੇ ਛੱਡ ਕੇ ਜਾਣਾ, ਚਲੋ ਠੀਕ ਹੈ, ਤੁਸੀਂ ਆਪਣੀ ਜਿਹੜਾ ਵਧੀਆ ਜੀਵਨ ਜਿਹੜਾ ਉਹ ਬਿਤਾਓ, ਹਾਂਜੀ ਉਹ ਗੁਜ਼ਾਰੋ। ਹਾਂਜੀ। ਹੁਣ ਕਈ ਦਫਾ ਮੈਂ ਦੇਖਿਆ ਕਿ ਕਈਆਂ ਦੇ ਗੋਡੇ ਰਹਿ ਜਾਂਦੇ ਆ ਜਾਂ ਟੁਰ ਨਹੀਂ ਹੁੰਦਾ ਉਹਨਾਂ ਤੋਂ, ਤੇ ਤੁਸੀਂ ਜਿਸ ਤਰ੍ਹਾਂ ਕਹਿ ਲਓ ਕਿ ਜ਼ਿਮਰ ਵਗੈਰਾ ਯੂਜ਼ ਕਰ ਲਓ, ਹਾਂਜੀ, ਉਹ ਜਿਹੜੇ ਤੁਰਨੇ ਦੇ ਸਹਾਰੇ ਦੇ, ਜਾਂ ਤੁਸੀਂ ਦੋ ਖੂੰਡੇ ਫੜ ਲਓ। ਕਈ ਤਾਂ ਮੈਂ ਬਜ਼ੁਰਗ ਇਸ ਤਰ੍ਹਾਂ ਵੀ ਦੇਖੇ ਆ ਕਿ ਇੱਕ ਖੂੰਡੇ ਨਾਲ ਤੁਰਦੇ ਆ, ਮੈਂ ਤਾਂ ਇੱਕ ਖੂੰਡੇ ਨਾਲ ਤੁਰਨਾ, ਦੋ ਨਾਲ ਤੁਰਨਾ ਨਹੀਂ, ਲੋਕੀ ਕੀ ਕਹੂਗੇ। ਹਾਂਜੀ। ਜਾਂ ਜਿਸ ਤਰ੍ਹਾਂ ਜਿਹੜਾ ਜ਼ਿਮਰ ਹੁੰਦਾ ਉਹ ਫੜਨੇ ਦੇ ਵਿੱਚ ਮੈਨੂੰ ਲੋਕੀ ਕੀ ਕਹੂਗੇ। ਹਾਂਜੀ। ਤੇ ਦੂਜੇ ਪਾਸੇ ਇਹ ਹੈਗਾ ਕਿ ਜੇ ਜਿਹੜੀਆਂ ਸਹੂਲਤਾਂ ਲੈਣੀਆਂ, ਇੱਕ ਤਾਂ ਸਾਡੇ ਸਮਾਜ ਵਿੱਚ ਸਾਨੂੰ ਸ਼ਰਮ ਬਹੁਤ ਮਾਰਦੀ ਆ ਕਿ ਲੋਕੀ ਕੀ ਕਹੂਗੇ, ਲੋਕਾਂ ਨੇ ਕੀ ਕਹਿਣਾ। ਹਾਂਜੀ। ਲੋਕੀ ਤਾਂ ਚੁੱਪ ਕਰਕੇ ਜਿਸ ਵੇਲੇ ਤੁਹਾਨੂੰ ਦੇਖਦੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਪੈ ਗਏ ਆ, ਕੋਈ ਟਾਵਾਂ ਹੁੰਦਾ ਜਿਹੜੀ ਤੁਹਾਡੀ ਮਦਦ ਕਰਨ ਪਹੁੰਚਦਾ। ਹਾਂਜੀ। ਹਾਲਾਂਕਿ ਉਹ ਜਿਹੜੇ ਬੰਦੇ ਹੁੰਦੇ ਆ ਉਹ ਔਨ ਦੀ ਸੀਨ, ਉਹ ਪਹਿਲਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਆ ਕੇ ਮਦਦ ਕਰਨਗੇ। ਕਈ ਦਫਾ ਉਹ ਤੁਹਾਡੀ ਮਦਦ ਕਰ ਦਿੰਦੇ ਆ, ਚੰਗੇ ਬੰਦੇ ਹੁੰਦੇ ਆ। ਹਾਂਜੀ। ਤੇ ਬਹੁਤੀ ਵਾਰੀ ਇੱਦਾਂ ਵੀ ਹੁੰਦੀ ਹੈ ਕਿ ਜਿਨ੍ਹਾਂ ਤੋਂ ਤੁਹਾਨੂੰ ਉਮੀਦਾਂ ਹੁੰਦੀਆਂ ਉਹ ਨਹੀਂ ਕਰਦੇ, ਤਾਂ ਜਿਸ ਵੇਲੇ ਫਿਰ ਲੋੜ ਪੈਂਦੀ ਹੈ ਤਾਂ ਉਹ ਉੱਥੇ ਖੜੇ ਵੀ ਨਹੀਂ ਹੁੰਦੇ। ਹਾਂਜੀ। ਸੋ ਵਧੀਆ ਹੋਵੇਗਾ ਕਿ ਜਿਸ ਵੇਲੇ ਤੁਹਾਡੀ ਪੂਰੀ ਬੁੱਧੀ ਕਾਇਮ ਆ, ਹਾਂਜੀ, ਤਾਂ ਤੁਸੀਂ ਆਪਣੇ ਫੈਸਲੇ ਆਪਣੇ ਲਈ ਆਪ ਕਰ ਸਕਦੇ ਆ। ਹਾਂਜੀ। ਤੇ ਤੁਸੀਂ ਆਪਣੇ ਘਰ-ਬਾਰ ਦਾ ਪਲਾਨ ਕਰੋ ਜੀ, ਤਾਂ ਤੁਸੀਂ ਘਰ ਦੇ ਵਿੱਚ ਗੱਲਬਾਤ ਕਰੋ। ਕਮ ਸੇ ਕਮ ਤੁਹਾਨੂੰ ਪਤਾ ਤਾਂ ਲੱਗ ਜਾ, ਜਿੱਦਾਂ ਕਹਿੰਦੇ ਹੁੰਦੇ ਕਿ ਜੇ ਤੁਸੀਂ ਡੂੰਘੇ ਪਾਣੀ ਦੇ ਵਿੱਚ ਤੁਰਨਾ, ਤੁਸੀਂ ਸੋਟਾ ਲੈ ਕੇ ਮੋਹਰੇ ਤੁਰੋ ਕਿ ਦੇਖੋ ਤੁਸੀਂ ਮੋਹਰੇ ਮੇਰੇ ਪਾਣੀ ਕਿੰਨਾ ਕੁ ਡੂੰਘਾ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ। ਬਿਲਕੁਲ। ਪਰ ਅਸੀਂ ਜਦੋਂ ਸਾਡੀ ਉਮਰ ਜ਼ਿਆਦਾ ਹੋ ਜਾਂਦੀ ਆ, ਹਾਂਜੀ, ਤਾਂ ਉਹ ਜਿਸ ਵੇਲੇ ਬੰਦਾ ਟੋਏ ਦੇ ਵਿੱਚ ਡਿੱਗੇ ਪੈਂਦਾ, ਤਾਂ ਉਸੇ ਵੇਲੇ ਫਿਰ ਪਤਾ ਲੱਗਦਾ ਵੀ ਹੁਣ ਤਾਂ ਆਹ ਦਿੱਕਤ ਹੋ ਗਈ, ਤਾਂ ਮੈਂ ਕੀ ਕਰਾਂ। ਹਾਂਜੀ, ਮੈਂ ਤੁਹਾਡੀ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਂ ਇੱਕ ਪਰਿਵਾਰ ਨੂੰ ਜਾਣਦਾ, ਉਹਨਾਂ ਦੇ ਕੋਲ ਜਿਸ ਉਹ ਘਰ 'ਚ ਰਹਿੰਦੇ ਸੀਗੇ ਬਜ਼ੁਰਗ, ਉਹ ਟੈਰੇਸ ਘਰ ਸੀਗਾ। ਹਾਂਜੀ। ਤੇ ਜਦੋਂ ਫਿਰ ਉਹਨਾਂ ਨੂੰ ਥੋੜ੍ਹੀ ਤੁਰਨ ਫਿਰਨ ਦੇ ਵਿੱਚ ਤਕਲੀਫ ਹੋਈ, ਤਾਂ ਉਹ ਚਾਹੁੰਦੇ ਸੀਗੇ ਕਿ ਇੱਕ ਉਹ ਜਿਹੜਾ ਮੋਬਿਲਿਟੀ ਸਕੂਟਰ ਹੁੰਦਾ ਜੀ ਉਹ ਲੈ ਲੈਣ। ਹਾਂਜੀ। ਪਰ ਉਹਨਾਂ ਦੀ ਦਿੱਕਤ ਇਹ ਸੀਗੀ ਕਿ ਉਹ ਸਕੂਟਰ ਜਿਹੜਾ ਸੀਗਾ ਉਹ ਟੈਰੇਸ ਘਰ ਦੇ ਅੰਦਰ ਨਹੀਂ ਸੀ ਜਾ ਸਕਦਾ। ਜੀ ਜੀ। ਸੋ ਇਹ ਮੈਨੂੰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਪਲੈਨਿੰਗ ਦੀ, ਇਹਨਾਂ ਗੱਲਾਂ ਬਾਰੇ ਸਾਨੂੰ ਪਹਿਲਾਂ ਹੀ ਸੁਚੇਤ ਹੋ ਕੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹ ਜਿਹੜਾ ਟੋਆ ਕਿੰਨਾ ਕੁ ਡੂੰਘਾ ਹੋਣਾ, ਪਾਣੀ ਕਿੰਨਾ ਕੁ ਹੈ, ਸਾਨੂੰ ਉਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ, ਉਹਦੇ ਬਾਰੇ ਤਿਆਰ ਹੋਣਾ ਚਾਹੀਦਾ। ਹਾਂਜੀ। ਜਿੱਥੋਂ ਆਪਾਂ ਮੇਰਾ ਖਿਆਲ ਗੱਲ ਸ਼ੁਰੂ ਕੀਤੀ ਸੀ ਉਹ ਇਹੀ ਸੀ ਕਿ ਇਹ ਜਿਹੜਾ ਮਹਿਕਮਾ ਹੈਗਾ, ਸੋਸ਼ਲ ਸਰਵਿਸਿਜ਼ ਦਾ ਮਹਿਕਮਾ ਹੈਗਾ, ਇਹ ਤੁਹਾਨੂੰ ਤਿਆਰ ਕਰਨ ਦੇ ਵਿੱਚ ਹੋਣ ਦੇ ਲਈ ਤੁਹਾਡੀ ਮਦਦ ਕਰਦਾ, ਔਰ ਇਸ ਗੱਲ ਦੀ ਵੀ ਇਹ ਸ਼ਨਾਖਤ ਕਰਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਲੋੜਾਂ ਜਿਹੜੀਆਂ ਹੈਗੀਆਂ ਉਹ ਤੁਹਾਡੀਆਂ ਪੈ ਸਕਦੀਆਂ, ਔਰ ਉਹਨਾਂ ਦੇ ਲਈ ਉਹ ਤੁਹਾਡੀ ਕਿਵੇਂ ਮਦਦ ਕਰ ਸਕਦੇ ਹੈਗੇ ਆ। ਹਾਂਜੀ। ਸੋ ਇਹ ਮੇਰਾ ਖਿਆਲ ਇਹ ਸਾਡੇ ਜਿਹੜੇ ਭੈਣ ਭਰਾ ਹੈਗੇ ਆ, ਬਜ਼ੁਰਗ ਹੈਗੇ ਆ, ਉਹਨਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਉਹ ਥੋੜ੍ਹਾ ਆਪਣੇ ਬੱਚਿਆਂ ਦੇ ਨਾਲ ਵੀ ਇਸ ਮੁੱਦੇ 'ਤੇ ਜਿਹੜੀ ਹੈਗੀ ਆ ਡਿਸਕਸ਼ਨ ਕਰਨ, ਆਪ ਵੀ ਉਹ ਇਹਦੇ ਬਾਰੇ ਸੋਚਣ, ਤਾਂ ਕਿ ਅਸੀਂ ਦਿਨ ਦੀ ਦਿਨ ਜੀ ਉਸ ਸਥਿਤੀ ਵੱਲ, ਉਸ ਸਰੀਰਕ ਫਰੇਲਿਟੀ ਵੱਲ
ਅਸੀਂ ਸਾਰੇ ਵੱਧ ਰਹੇ ਹਾਂ ਹਾਂਜੀ ਹੈ ਨਾ, ਚਾਹੇ ਕਿਸੇ ਨੂੰ ਲੋੜ ਪੈਂਦੀ ਆ ਜਾਂ ਨਹੀਂ ਪੈਂਦੀ, ਪਰ ਅਸੀਂ ਉੱਧਰ ਜਿਹੜੀ ਹੈਗੀ ਆ ਜਾਂਦੇ ਹੈਗੇ ਆ। ਜੀ ਜੀ ਬਲਵੀਰ ਜੀ, ਜਿਹੜਾ ਅਗਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਾਫੀ ਬਜ਼ੁਰਗਾਂ ਦੇ ਲਈ ਉਹ ਜਿਹੜੀ ਹੈਗੀ ਆ ਉਹ ਹੈਲਪ ਕਰਦੇ ਆ, ਹਾਂਜੀ ਜਿਹੜਾ ਸੋਸ਼ਲ ਸਰਵਿਸ ਡਿਪਾਰਟਮੈਂਟ ਹੈਗਾ। ਸੋ ਤੁਸੀਂ ਕੁਛ ਇਹਦੇ ਬਾਰੇ ਸਾਂਝਾ ਕਰਨਾ ਚਾਹੋਗੇ ਕਿ ਇਹ ਜਿਹੜੀ ਫੰਡਿੰਗ ਆ ਹਾਂਜੀ ਇਹ ਕਿੱਥੋਂ ਆਉਂਦੀ ਆ? ਉਹ ਜਿਹੜਾ ਸੋਸ਼ਲ ਸਰਵਿਸ ਡਿਪਾਰਟਮੈਂਟ ਹੈਗਾ, ਮਹਿਕਮਾ ਹੈਗਾ, ਹਾਂਜੀ ਇਹ ਕਿਹਦੇ ਅਧੀਨ ਆਉਂਦਾ? ਇਹ ਲੋਕਲ ਕੌਂਸਲਾਂ ਆ ਉਹ ਚਲਾਉਂਦੀਆਂ ਆ, ਜਾਂ ਸੈਂਟਰ ਗੌਰਮੈਂਟ ਦੀ ਇਹ ਜਿਹੜਾ ਹੈਗਾ ਇਹ ਡਿਪਾਰਟਮੈਂਟ ਚਲਾਉਂਦਾ ਹੈਗਾ ਆ? ਹਾਂਜੀ ਸੋ ਇਹਦੀ ਜਿਹੜੀ ਜਵਾਬਦੇਹੀ ਆ ਜੀ ਉਹ ਕਿੱਥੇ ਆ? ਹਾਂਜੀ ਕਿਉਂਕਿ ਬਹੁਤ ਵਾਰੀ ਮੇਰਾ ਖਿਆਲ ਮਨੁੱਖ ਅਕਸਰ ਮਨੁੱਖ ਹੁੰਦਾ, ਪ੍ਰੋਫੈਸ਼ਨਲ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੁਤਾਹੀਆਂ ਰਹਿ ਜਾਂਦੀਆਂ ਹੋਣਗੀਆਂ ਦੇਖਭਾਲ ਦੇ ਵਿੱਚ, ਕਰਨ ਦੇ ਵਿੱਚ, ਸਰਵਿਸ ਪ੍ਰੋਵਾਈਡ ਕਰਨ ਦੇ ਵਿੱਚ। ਤਾਂ ਇਹਦੀ ਜਵਾਬਦੇਹੀ ਜਿਹੜੀ ਹੈਗੀ ਆ ਉਹ ਕਿੱਥੇ ਆ? ਸੋ ਮੇਰੇ ਜਿਹੜੇ 3 ਸਵਾਲ ਹੈਗੇ ਆ ਕਿ ਇੱਕ ਤਾਂ ਜਿਹੜਾ ਸੋਸ਼ਲ ਸਰਵਿਸਿਜ਼ ਦੀ ਫੰਡਿੰਗ ਜਿਹੜੀ ਹੈਗੀ ਆ ਉਹ ਕਿੱਥੋਂ ਆਉਂਦੀ ਹੈਗੀ ਆ, ਹਾਂਜੀ ਇਹਨੂੰ ਕੌਣ ਚਲਾਉਂਦਾ, ਇਹ ਕਿਹਦੇ ਅਧੀਨ ਹੈਗਾ ਆ, ਤੇ ਇਹਦਾ ਜਿਹੜਾ ਹੈਗਾ ਜਵਾਬਦੇਹੀ ਆ ਅਗਰ ਤੁਹਾਡਾ ਕੁਛ ਮਦਦ ਜਿੱਦਾਂ ਤੁਸੀਂ ਚਾਹੁੰਦੇ ਤੁਹਾਨੂੰ ਨਹੀਂ ਹੁੰਦੀ, ਤੇ ਉਹਦੇ ਲਈ ਅਗਰ ਤੁਸੀਂ ਕੋਈ ਇਹਦਾ ਉਪਾਅ ਚਾਹੋ ਤਾਂ ਉਹਦੇ ਲਈ ਤੁਸੀਂ ਕਿਹਨੂੰ ਰਾਬਤਾ ਕਰ ਸਕਦੇ ਆ? ਉਹਦਾ ਜੇ ਕੁਝ ਤੁਸੀਂ ਮੇਰੇ ਨਾਲ ਸਾਂਝਾ, ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਜੀ ਪਹਿਲਾਂ ਤਾਂ ਨਵਦੀਪ ਜੀ, ਜਿਸ ਤਰ੍ਹਾਂ ਹੁਣ ਜਿਹੜੇ ਸੋਸ਼ਲ ਸਰਵਿਸਿਜ਼ ਦਾ ਮਹਿਕਮਾ ਹੈਗਾ ਜੀ, ਇਹ ਤੇ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਆ ਹਾਂਜੀ, ਉਹ ਪਾਲਿਸੀਜ਼ ਬਣਾਉਂਦੀ ਹੈਗੀ ਆ ਕਿ ਕਿਸ ਤਰ੍ਹਾਂ ਦੀ ਜਿਹੜੇ ਸਾਡੇ ਮੁਲਕ ਦੇ ਵਿੱਚ ਸੋਸ਼ਲ ਸਰਵਿਸਿਜ਼ ਦੀਆਂ ਸਹੂਲਤਾਂ ਉਹ ਹੋਣੀਆਂ ਚਾਹੀਦੀਆਂ, ਹਾਂਜੀ, ਕਿ ਲੋਕਾਂ ਦੀਆਂ ਔਕੜਾਂ ਕੀ ਹੁੰਦੀਆਂ ਤੇ ਲੋਕਾਂ ਨੂੰ ਮੁਸ਼ਕਲਾਂ ਕੀ ਆਉਂਦੀਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਚਾਹੀਦੀਆਂ। ਹਾਂਜੀ, ਤੇ ਇਹ ਫਿਰ ਜਿਹੜੀ ਸਰਵਿਸਿਜ਼ ਹੈਗੀ ਆ ਇਹ ਜਿਹੜੀਆਂ ਲੋਕਲ ਅਥਾਰਟੀਜ਼ ਹੈਗੀਆਂ, ਹਾਂਜੀ, ਤੇ ਉਹਨਾਂ ਦੇ ਜ਼ਰੀਏ ਇਹ ਲੋਕਾਂ ਨੂੰ ਸਹੂਲਤਾਂ ਹੋ ਦਿੱਤੀਆਂ ਜਾਂਦੀਆਂ ਜੀ। ਤੇ ਹਰੇਕ ਸ਼ਹਿਰ ਦੇ ਵਿੱਚ ਜਿਹੜਾ ਸੋਸ਼ਲ ਸਰਵਿਸਿਜ਼ ਦਾ ਉਹ ਮਹਿਕਮਾ ਹੁੰਦਾ, ਹਾਂਜੀ, ਤੇ ਉਹਦੇ ਆਮ ਕਰਕੇ ਜਿਹੜੇ ਆਫਿਸਿਸ ਹੁੰਦੇ ਆ ਉਹ ਕਾਉਂਸਲ ਹਾਊਸ ਦੇ ਵਿੱਚ ਜੀ ਉਹ ਹੁੰਦੇ ਆ। ਹਾਂਜੀ, ਤੇ ਜੇ ਤੁਹਾਨੂੰ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਇਸ ਤਰ੍ਹਾਂ ਦੀ ਸਹੂਲਤ ਚਾਹੀਦੀ ਆ ਜੀ, ਤੇ ਤੁਸੀਂ ਆਪਣੀ ਕੌਂਸਲ ਨੂੰ ਕੰਟੈਕਟ ਕਰਕੇ ਤਾਂ ਤੁਸੀਂ ਸਹੂਲਤਾਂ ਲੈ ਸਕਦੇ ਆ ਜੀ। ਤੇ ਦੂਜਾ, ਜੇ ਜਿਹੜੇ ਤੁਹਾਡੇ ਲੋਕਲ ਕਾਉਂਸਲਰਸ ਹੈਗੇ ਆ, ਹਾਂਜੀ, ਤੁਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਆ ਜੀ, ਕਿ ਸਾਨੂੰ ਇਸ ਤਰ੍ਹਾਂ ਦੀ ਸਹੂਲਤ ਦੀ ਲੋੜ ਹੈਗੀ ਆ। ਠੀਕ। ਤੇ ਆਮ ਕਰਕੇ ਕੀ ਇਹ ਜ਼ਰੂਰੀ ਹੁੰਦਾ ਕਿ ਕਾਉਂਸਲ ਦੇ ਵਿੱਚ ਇੱਕ ਉਹਨਾਂ ਨੇ ਜਿਹੜਾ ਹੈਗਾ ਸੋਸ਼ਲ ਸਰਵਿਸਿਜ਼ ਦਾ ਚੇਅਰਮੈਨ ਜਾਂ ਉਹ ਹੈੱਡ ਬਣਾਇਆ ਹੁੰਦਾ ਜੀ, ਕੌਂਸਲ ਵਾਲਿਆਂ ਨੇ, ਜਿਹਦੇ ਥੱਲੇ ਜਿਹੜਾ ਸਾਰਾ ਉਹ ਮਹਿਕਮਾ ਰਨ ਕਰਦਾ ਤੇ ਜਿਹੜੀ ਲੋਕਲ ਅਥਾਰਟੀ ਹੈਗੀ ਆ ਜੀ, ਤੇ ਉਹ ਸਾਰੇ ਇੰਤਜ਼ਾਮ ਕਰਦੀ ਆ। ਹਾਂਜੀ। ਤੇ ਇਹ ਨਵਦੀਪ ਜੀ, ਜਿੱਦਾਂ ਕਹਿ ਲਓ ਕਿ ਤਕਰੀਬਨ 40% ਜਿਹੜਾ ਲੋਕਲ ਅਥਾਰਟੀਜ਼ ਦਾ ਬਜਟ ਹੈਗਾ ਜੀ, ਵੀ ਮੇਰੇ ਖਿਆਲ ਦੇ ਵਿੱਚ ਉਹ ਜਿਹੜੇ ਸੋਸ਼ਲ ਸਰਵਿਸਿਜ਼ ਤੇ ਲੋਕਾਂ ਦੇ ਜਿਹੜੇ ਦੇਖਭਾਲ ਦੇ ਵਾਸਤੇ ਹਾਂਜੀ ਉਹ ਖਰਚਿਆ ਜਾਂਦਾ। ਸੋ ਉਹਦਾ ਜਿਹੜਾ ਬਜਟ ਉਹ ਸੈੱਟ ਕੀਤਾ ਜਾਂਦਾ ਤੇ ਉਸ ਬਜਟ ਦੇ ਵਿੱਚੋਂ ਫਿਰ ਜਿਹੜਾ ਉਹ ਪੈਸਾ ਹੈਗਾ ਹਾਂਜੀ ਇਹ ਸਹੂਲਤਾਂ ਲੋਕਾਂ ਨੂੰ ਦੇਣ ਦੇ ਵਾਸਤੇ ਉਹ ਪੈਸਾ ਵਰਤਿਆ ਜਾਂਦਾ। ਹਾਂਜੀ ਜਿਸ ਤਰ੍ਹਾਂ ਜਿਹੜੀਆਂ ਕਾਉਂਸਲਾਂ ਹੈਗੀਆਂ ਹਾਂਜੀ ਉਹ ਜਿਹੜੇ ਪੈਸੇ ਹੈਗੇ ਆ ਉਹ ਬਜਟ ਦੇ ਮੁਤਾਬਕ, ਜਿਸ ਤਰ੍ਹਾਂ ਕਿ ਪੁਲਿਸ ਦਾ ਬਜਟ ਇੰਨਾ ਹੈਗਾ, ਜਿਹੜਾ ਫਾਇਰ ਦਾ ਬਜਟ ਵਗੈਰਾ ਇੰਨਾ ਹੈਗਾ ਜੀ, ਤੇ ਜਿਹੜੇ ਸੋਸ਼ਲ ਸਰਵਿਸਿਜ਼ ਦਾ ਬਜਟ ਉਹ ਇਸ ਤਰ੍ਹਾਂ ਹੈਗਾ। ਸੋ ਇਸ ਤਰ੍ਹਾਂ ਜਿਹੜੇ ਉਹ ਮਹਿਕਮੇ ਹੈਗੇ ਆ ਉਹਨਾਂ ਨੂੰ ਆਪਣਾ ਜਿਹੜਾ ਬਜਟ ਉਹ ਸੈੱਟ ਕੀਤਾ ਹੁੰਦਾ ਤੇ ਉਹਦੇ ਮੁਤਾਬਕ ਜਿਹੜੀਆਂ ਫਿਰ ਸਰਵਿਸਿਜ਼ ਉਹ ਦਿੱਤੀਆਂ ਜਾਂਦੀਆਂ। ਹਾਂਜੀ। ਤੇ ਦੂਜੇ ਪਾਸੇ ਨਾਲ ਹੀ ਜਿਸ ਤਰ੍ਹਾਂ ਹਰੇਕ ਪੁਰਾਣੇ ਦੀ ਆਪਣੀ ਲੋੜ ਹੁੰਦੀ ਆ, ਬਿਲਕੁਲ, ਤੇ ਉਹ ਜਿਹੜੀ ਲੋੜ ਹੈਗੀ ਆ ਉਹ ਅਸੈਸ ਕਰਨ ਵਾਸਤੇ, ਉਹ ਘੋਖਣ ਵਾਸਤੇ, ਪਤਾ ਲਾਉਣ ਵਾਸਤੇ ਹਾਂਜੀ ਤਾਂ ਜਿਹੜੇ ਆਕੂਪੇਸ਼ਨਲ ਥੈਰੇਪਿਸਟ ਹੁੰਦੇ ਆ ਜੀ, ਕਿਉਂਕਿ ਇਹ ਜਿਹੜਾ ਸੋਸ਼ਲ ਸਰਵਿਸਿਜ਼ ਦਾ ਮਹਿਕਮਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਫੀ ਵੱਡਾ ਮਹਿਕਮਾ ਹੁੰਦਾ ਹਾਂਜੀ, ਤਾਂ ਉਹਦੇ ਵਿੱਚ ਜਿੱਦਾਂ ਚਿਲਡਰਨ ਸਰਵਿਸਿਜ਼, ਬੱਚਿਆਂ ਦੀ ਸਰਵਿਸਿਜ਼ ਹੁੰਦੀਆਂ ਜੀ, ਤੇ ਜਿਹੜੀਆਂ ਐਡਲਟ ਸਰਵਿਸਿਜ਼ ਹੁੰਦੀਆਂ ਹਾਂਜੀ, ਫਿਰ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਇਹ ਪਤਾ ਲਾਉਣ ਦੇ ਵਾਸਤੇ ਕਿ ਕਿਸੇ ਨੂੰ ਕੀ ਲੋੜ ਹੈਗੀ ਆ, ਤੇ ਉਹ ਫਿਰ ਉਹਨਾਂ ਦੇ ਆਪਣੇ ਵੱਖਰੇ ਮਹਿਕਮੇ ਹੁੰਦੇ, ਵੱਖਰੇ ਆਫੀਸਰ ਹੁੰਦੇ ਆ ਹਾਂਜੀ, ਤਾਂ ਜਿਹੜੇ ਜਾ ਕੇ ਜਿਸ ਤਰ੍ਹਾਂ ਕਿ ਮੰਨ ਲਓ ਕਿ ਕੋਈ ਬੰਦਾ ਤੁਰ ਨਹੀਂ ਸਕਦਾ, ਉਹਨੂੰ ਜਿਸ ਤਰ੍ਹਾਂ ਸਹਾਰੇ ਦੀ ਲੋੜ ਹੈਗੀ ਆ, ਕਿਸੇ ਨੂੰ ਖੂਨ ਦੀ ਲੋੜ ਹੈਗੀ ਹੈ ਜਾਂ ਹੋਰ, ਤਾਂ ਉਹ ਫਿਰ ਪ੍ਰੋਫੈਸ਼ਨਲ ਭੇਜਦੇ ਆ ਤੇ ਜਾਂ ਫਿਰ ਜੇ ਕਿਸੇ ਨੂੰ ਜਿਸ ਤਰ੍ਹਾਂ ਬੈਨਸਟਰ ਲਾਉਣਾ ਜਾਂ ਸਾਈਡ ਦੇ ਉੱਤੇ ਜਿਹੜਾ ਹੱਥ ਫੜ ਕੇ ਡੋਰ ਦੇ ਅੰਦਰ ਵੜਨਾ ਜਾਂ ਬਾਥਰੂਮ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਹਾਂਜੀ, ਤਾਂ ਉਹਦੀ ਸਾਰੀ ਅਸੈਸਮੈਂਟ ਕਰਕੇ ਤਾਂ ਫਿਰ ਉਹ ਤੁਹਾਨੂੰ ਉਹ ਸਹੂਲਤਾਂ ਦਿੰਦੇ ਆ। ਹਾਂਜੀ। ਇੱਕ ਵਾਰੀ ਕਿਸੇ ਨੇ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਸੀਗੀ, ਮੇਰੇ ਖਿਆਲ ਤੁਸੀਂ ਵੀ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਸਾਨੂੰ ਦੱਸ ਸਕਦੇ ਆ
ਕਿ ਉਹ ਕਿਸੇ ਦੇ ਨਾਲ ਗਏ ਤੇ ਉਹ ਅਸੈਸਮੈਂਟ ਲਈ ਜਿਹੜੇ ਹੈਗੇ ਆ OT ਵਾਲੇ ਆਏ ਸੀਗੇ, ਓਕੂਪੇਸ਼ਨਲ ਥੈਰੇਪਿਸਟ ਆਏ ਸੀਗੇ ਜੀ। ਤੇ ਉਹਨਾਂ ਦਾ ਬਜ਼ੁਰਗਾਂ ਦਾ ਇਹੀ ਕਹਿਣਾ ਸੀਗਾ ਜੀ ਕਿ ਉਹ ਜਿਹੜੇ ਸਾਡੇ ਗੁਆਂਢੀ ਆ, ਹਾਂਜੀ, ਉਹਨਾਂ ਨੂੰ ਸੋਸ਼ਲ ਸਰਵਿਸ ਵਾਲਿਆਂ ਨੇ ਫ੍ਰਿਜ ਲੈ ਕੇ ਦਿੱਤੀ ਆ ਜੀ, ਤੇ ਮੇਰੀ ਵਾਸ਼ਿੰਗ ਮਸ਼ੀਨ ਖਰਾਬ ਹੋਈ ਆ ਜੀ। ਤਾਂ ਮੈਂ ਹੁਣ ਚਾਹੁੰਦਾ ਵੀ ਮੈਨੂੰ ਜਿਹੜੀ ਹੈਗੀ ਆ ਉਹ ਵਾਸ਼ਿੰਗ ਮਸ਼ੀਨ ਲੈ ਕੇ ਦੇਣ। ਹਾਂਜੀ। ਸੋ ਇਹ ਅਪਰੋਚ ਸਾਡੀ ਕਿੰਨੀ ਕੁ ਦਰੁਸਤ ਹੈਗੀ ਆ, ਔਰ ਜਿਹੜੇ ਓਕੂਪੇਸ਼ਨਲ ਥੈਰੇਪਿਸਟ ਹੈਗੇ ਆ ਉਹ ਕਿੱਦਾਂ ਡਿਸਾਈਡ ਕਰਦੇ ਆ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਆ, ਕਿਹੜੀਆਂ ਚੀਜ਼ਾਂ ਦੀ ਨਹੀਂ ਲੋੜ ਹੈਗੀ। ਸੋ ਕੋਈ ਤੁਹਾਡਾ ਇੱਦਾਂ ਦਾ ਤਜਰਬਾ ਹੋਇਆ ਹੋਵੇ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ? ਬਿਲਕੁਲ ਨਵਦੀਪ ਜੀ, ਬਹੁਤ ਵਾਰੀ ਇਹ ਜਿਹੜੀ ਗੱਲ ਹੈਗੀ ਆ ਮੈਂ ਨੋਟਿਸ ਕੀਤੀ ਆ। ਹਾਂਜੀ। ਕਿ ਇੱਕ ਦਫਾ ਇੱਕ ਬਜ਼ੁਰਗ ਦਾ ਸੋਸ਼ਲ ਸਰਵਿਸਿਜ਼ ਨੂੰ ਫੋਨ ਗਿਆ। ਹਾਂਜੀ। ਕਿ ਤੁਸੀਂ ਸਾਡੇ ਘਰ ਆਵੋ ਤੇ ਸਾਡੀ ਮਦਦ ਕਰੋ। ਹਾਂਜੀ। ਤੇ ਜਦੋਂ ਉਹਨੂੰ ਪੁੱਛਿਆ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਆ, ਹਾਂਜੀ, ਤੇ ਉਹਨੇ ਇਸੇ ਤਰ੍ਹਾਂ ਕਿਹਾ ਕਿ ਜੀ ਫਲਾਣੇ ਬੰਦੇ ਨੂੰ ਤੁਸੀਂ ਜਿਹੜੀ ਸੀ ਵਾਸ਼ਿੰਗ ਮਸ਼ੀਨ ਲੈ ਕੇ ਦਿੱਤੀ ਤੇ ਉਹ ਜਿਹੜੀ ਮੈਨੂੰ ਵੀ ਤੁਸੀਂ ਵਾਸ਼ਿੰਗ ਮਸ਼ੀਨ ਲੈ ਕੇ ਦਿਓ। ਓਕੇ। ਹਾਂਜੀ। ਤੇ ਉਹਨੂੰ ਦੱਸਿਆ ਗਿਆ ਕਿ ਦੇਖੋ ਜੀ ਅਸੀਂ ਇਸ ਤਰ੍ਹਾਂ ਵਾਸ਼ਿੰਗ ਮਸ਼ੀਨ ਨਹੀਂ ਕਿਸੇ ਨੂੰ ਲੈ ਕੇ ਦੇ ਸਕਦੇ। ਹਾਂਜੀ। ਅਸੀਂ ਤੁਹਾਡੇ ਕੋਲ ਕਿੰਨੀ ਕੁ ਇਨਕਮ ਹੈਗੀ ਆ ਜਾਂ ਕਿੰਨਾ ਕੁ ਤੁਹਾਨੂੰ ਬੈਨੀਫਿਟ ਮਿਲਦਾ। ਹਾਂਜੀ। ਤੇ ਜਾਂ ਤੁਹਾਡੇ ਖਰਚੇ ਕੀ ਹੈਗੇ ਆ ਉਹਦੀ ਅਸੈਸਮੈਂਟ ਕਰਾਂਗੇ। ਹਾਂਜੀ। ਤੇ ਉਹਦੀ ਅਸੈਸਮੈਂਟ ਕਰਕੇ ਤਾਂ ਫਿਰ ਅਸੀਂ ਤੁਹਾਡੀ ਦੇਖਦੇ ਆ ਕੀ ਮਦਦ ਕਰ ਸਕਦੇ ਆ। ਹਾਂਜੀ। ਲਓ ਜੀ, ਉਹਨਾਂ ਦੀ ਜਿਹੜੀ ਸਾਰੀ ਅਸੈਸਮੈਂਟ ਕੀਤੀ। ਹਾਂਜੀ। ਤੇ ਫਿਰ ਉਹਨਾਂ ਦਾ ਇਹ ਨਿਕਲਿਆ ਕਿ ਉਹਨਾਂ ਨੂੰ ਹਫ਼ਤੇ ਦਾ ਜਾਂ 2 ਹਫ਼ਤਿਆਂ ਦਾ ਕੁਝ ਬੈਨੀਫਿਟ ਵੀ ਮਿਲ ਸਕਦਾ ਸੀ। ਅੱਛਾ ਜੀ। ਤੇ ਜਿਸ ਤਰ੍ਹਾਂ ਮੰਨ ਲਓ ਕਿ ਉਹਨਾਂ ਨੂੰ ਮਹੀਨੇ ਦੇ 40 ਪਾਉਂਡ ਮਿਲ ਸਕਦੇ ਸੀ। ਠੀਕ ਆ। ਤੇ ਉਹ ਬਜ਼ੁਰਗ ਨੇ ਕਿਹਾ ਦੇਖੋ ਜੀ, ਮੈਂ ਕਦੇ ਵੀ ਕਿਸੇ ਦਾ 1 ਪੈਸਾ ਨਹੀਂ ਖਾਧਾ। ਹਾਂਜੀ। ਮੈਂ ਕਿਸੇ ਤੋਂ 1 ਪੈਸਾ ਨਹੀਂ ਲੈਣਾ। ਸਾਰੀ ਜ਼ਿੰਦਗੀ ਮੈਂ ਕੰਮ ਕੀਤਾ, ਮੈਨੂੰ ਪੈਨਸ਼ਨ ਲੱਗੀ ਹੋਆ। ਹਾਂਜੀ। ਮੈਨੂੰ ਤਾਂ ਸਿਰਫ ਵਾਸ਼ਿੰਗ ਮਸ਼ੀਨ ਹੀ ਚਾਹੀਦੀ ਆ, ਉਹ ਮੈਨੂੰ ਲੈ ਕੇ ਦੇਣ। ਉਹ ਜੇ ਤੁਸੀਂ ਲੈ ਕੇ ਦੇ ਸਕਦੇ ਦਿਓ, ਨਹੀਂ ਤਾਂ ਜਾਓ। ਅੱਛਾ ਜੀ। ਮੈਨੂੰ ਤੁਹਾਡੀ ਲੋੜ ਨਹੀਂ। ਤਾਂ ਫਿਰ ਤੁਹਾਡਾ ਫਿਰ ਫਾਇਦਾ ਕੀ ਹੋਇਆ? ਹਾਂਜੀ। ਤਾਂ ਜਦੋਂ ਤੁਸੀਂ ਲੋਕਾਂ ਨੂੰ ਦਿੰਦੇ ਆ, ਉਹਨੂੰ ਸਮਝਾਇਆ ਵੀ ਗਿਆ ਕਿ ਜਿਹੜੀ ਜਿੱਦਾਂ ਦੀ ਉਹਨਾਂ ਨੂੰ ਲੋੜ ਚੀਜ਼ ਦੀ ਹੈਗੀ ਆ ਤਾਂ ਉਹਨਾਂ ਦੇ ਬਾਰੇ ਦੱਸ ਤਾਂ ਸਕਦੇ ਨਹੀਂ ਕਿ ਉਹ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਨੂੰ ਚੀਜ਼ ਮਿਲੀ ਆ ਉਹ ਕਿਉਂ ਲੈ ਕੇ ਦਿੱਤੀ ਆ ਜਾਂ ਉਹਨੇ ਕਿੱਦਾਂ ਲਈ ਆ। ਹਾਂਜੀ। ਤਾਂ ਉਹਨੂੰ ਇਹ ਵੀ ਕਹਿ ਕੇ ਤੂੰ ਵੀ ਆਪੇ ਪੈਸੇ ਜੋੜ ਲਏ ਤਾਂ ਆਪਣੇ ਲੈ ਸਕਦਾ। ਹਾਂਜੀ। ਉਹ ਕਹਿੰਦਾ ਮੈਂ ਆਪ ਵੀ ਲੈ ਸਕਦਾ ਜੇ ਮੈਂ ਲੈਣੀ ਹੋਵੇ, ਪਰ ਤੁਸੀਂ ਉਹਨਾਂ ਨੂੰ ਦਿੱਤੀ ਮੈਨੂੰ ਵੀ ਦਿਓ। ਮੈਨੂੰ ਵੀ ਦਿਓ। ਸੋ ਇਹ ਜਿਹੜਾ ਐਟੀਟਿਊਡ ਹੈਗਾ, ਇਸ ਤਰ੍ਹਾਂ ਦਾ ਐਟੀਟਿਊਡ ਨਹੀਂ ਹੋਣਾ ਚਾਹੀਦਾ ਜੀ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਦੇ ਨਾਲ ਰਲ ਕੇ, ਉਹਨਾਂ ਨੂੰ ਸਮਝ ਕੇ, ਸਮਝਦਾਰੀ ਦੇ ਨਾਲ ਚੱਲ ਕੇ ਉਹਨਾਂ ਦੀ ਸਹੂਲਤਾਂ ਦਾ ਪੂਰਾ ਜਿਹੜਾ ਹੈਗਾ ਉਹ ਲਾਭ ਉਠਾਉਣਾ ਚਾਹੀਦਾ ਤੇ ਆਪਣੀਆਂ ਲੋੜਾਂ ਦੇ ਬਾਰੇ ਦੱਸਣਾ ਚਾਹੀਦਾ। ਇੱਦਾਂ ਨਹੀਂ ਕਿ ਤੁਸੀਂ ਖਾਮਖਾ ਜਿਸ ਵੇਲੇ ਤੁਹਾਡੇ ਕੋਲ ਆਪਣੇ ਕੋਲ ਕੈਪੇਬਿਲਿਟੀ ਹੈਗੀ ਆ, ਜੇ ਤੁਸੀਂ ਆਪ ਜਿਹੜਾ ਕੰਮ ਕਰ ਸਕਦੇ ਆ, ਪਹਿਲਾਂ ਤਾਂ ਤੁਸੀਂ ਆਪਣੀ ਮਦਦ ਆਪ ਕਰੋ ਜੀ। ਤਾਂ ਜੇ ਤੁਸੀਂ ਆਪਣੀ ਮਦਦ ਨਹੀਂ ਕਰੋ ਤਾਂ ਫਿਰ ਤੁਸੀਂ ਮਦਦ ਮੰਗੋ। ਹਾਂਜੀ। ਤਾਂ ਜਿੱਥੋਂ ਵੀ ਤੁਹਾਨੂੰ ਉਹ ਮਦਦ ਮਿਲ ਸਕਦੀ ਹੈ ਉਹ ਮਦਦ ਲੈਣੀ ਚਾਹੀਦੀ ਆ। ਹਾਂਜੀ। ਤੇ ਉਹ ਰਲ ਕੇ ਇੱਕ ਯੂਨਿਟ ਦੇ ਤੌਰ ਤੇ ਕੰਮ ਕਰਨਾ ਚਾਹੀਦਾ। ਬਿਲਕੁਲ। ਪਿਆਰੇ ਦਰਸ਼ਕੋ, ਇਸ ਐਗਜ਼ਾਮਪਲ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਸਾਡਾ ਮਕਸਦ ਇਹੀ ਸੀਗਾ ਕਿ ਜਦੋਂ ਕਾਉਂਸਲ ਆ ਕੇ ਤੁਹਾਡੇ ਬਾਰੇ ਦੇਖਦੀ ਆ ਕਿ ਤੁਹਾਨੂੰ ਕਿਹੜੀਆਂ ਗੱਲਾਂ ਦੀ ਜ਼ਰੂਰਤ ਆ ਔਰ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਖੁਦ ਕਰ ਸਕਦੇ ਆ, ਜਾਂ ਤੁਹਾਡੇ ਕੋਲ ਕਿੰਨੀ ਕੁ ਇਨਕਮ ਹੈਗੀ ਆ, ਕਿੰਨੀ ਸੇਵਿੰਗ ਹੈਗੀ ਆ, ਉਹਦੇ ਵਿੱਚ ਤੁਸੀਂ ਕਿੰਨਾ ਕੁ ਕੰਟਰੀਬਿਊਟ ਕਰ ਸਕਦੇ ਆ, ਤੁਸੀਂ ਕਿੰਨਾ ਕੁ ਹਿੱਸਾ ਪਾ ਸਕਦੇ ਆ, ਔਰ ਜਿਹੜੀ ਕਾਉਂਸਲ ਆ ਜਾਂ ਜਿਹੜੀ ਸੋਸ਼ਲ ਸਰਵਿਸਿਜ਼ ਆ ਉਹ ਕਿਹੜੀਆਂ ਗੱਲਾਂ ਲਈ ਤੁਹਾਡੀ ਮਦਦ ਕਰ ਸਕਦੀ ਆ। ਸੋ ਸਾਨੂੰ ਇਹ ਸੁਣ ਕੇ ਕਿ ਫਲਾਣੇ ਬੰਦੇ ਨੂੰ ਆਹ ਚੀਜ਼ ਮਿਲੀ ਆ, ਫਲਾਣੇ ਬੰਦੇ ਨੂੰ ਆਹ ਚੀਜ਼ ਮਿਲੀ ਆ, ਔਰ ਉਹ ਸਾਨੂੰ ਵੀ ਦਵਾਈ ਜਾਵੇ ਜਾਂ ਸਾਨੂੰ ਵੀ ਉਹ ਮਿਲਣੀ ਚਾਹੀਦੀ ਆ, ਸੋ ਉਹਦੇ ਲਈ ਤੁਹਾਡਾ ਉਹ ਇੰਟਾਈਟਲਮੈਂਟ ਨਹੀਂ ਹੈ। ਉਹ ਇਹ ਹੈ ਕਿ ਤੁਹਾਡੀਆਂ ਲੋੜਾਂ ਕੀ ਹੈਗੀਆਂ, ਉਹਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਆ ਕਾਉਂਸਲ ਹੈਗੀ ਆ ਜਾਂ ਸੋਸ਼ਲ ਸਰਵਿਸਿਜ਼ ਹੈਗੀ ਆ, ਉਹ ਤੁਹਾਨੂੰ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਮੁਹੱਈਆ ਕਰਦੀ ਆ। ਸੋ ਸਾਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਤੁਸੀਂ ਆਪਣੀਆਂ ਲੋੜਾਂ ਮੁਤਾਬਕ ਜਿਹੜੀ ਹੈਗੀ ਆ ਉਹ ਚੀਜ਼ ਮੰਗ ਸਕਦੇ ਆ, ਔਰ ਉਹ ਤੁਹਾਨੂੰ ਦੱਸਣਗੇ ਕਿ ਉਹ ਤੁਹਾਡੀ ਕਿੰਨੀ ਹੈਲਪ ਕਰ ਸਕਦੇ ਆ ਔਰ ਕਿਵੇਂ ਹੈਲਪ ਕਰ ਸਕਦੇ ਆ। ਸੋ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਬਲਵੀਰ ਜੀ, ਇਹ ਜਿਹੜਾ ਸੋਸ਼ਲ ਸਰਵਿਸਿਜ਼ ਦਾ ਹੈਗਾ, ਇਹ ਮੁੱਦਾ ਬੜਾ ਅਹਿਮ ਵੀ ਹੈਗਾ। ਇਹ ਮਹਿਕਮਾ ਵੀ ਜਿਹੜਾ ਹੈਗਾ ਕਾਫੀ ਵੱਡੀ ਸਰਵਿਸਿਜ਼ ਇਹ ਪ੍ਰੋਵਾਈਡ ਕਰਦਾ ਹੈਗਾ। ਇਹਨਾਂ ਦਾ ਬਜਟ ਵੀ ਜਿਹੜਾ ਹੈਗਾ ਉਹ ਕਾਫੀ ਵੱਡਾ ਹੈਗਾ। ਸੋ ਇਹਦੇ ਲਈ ਕਿਤੇ ਨਾ ਕਿਤੇ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਵੀ
ਕੇਅਰ ਹੋਮਸ ਜਿਹੜੇ ਹੈਗੇ ਆ, ਜਿਹਦੇ ਬਾਰੇ ਆਪਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਮੇਰਾ ਖਿਆਲ ਇਸ ਮੁੱਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿ ਸਾਡੇ ਭੈਣ ਭਰਾਵਾਂ ਨੂੰ ਕੀ ਸਹੂਲਤਾਂ ਮਿਲ ਸਕਦੀਆਂ ਜਾਂ ਉਹ ਕੀ ਹੋਰ ਉਹਨਾਂ ਲਈ ਸੇਵਾਵਾਂ ਉਪਲਬਧ ਹੈਗੀਆਂ। ਸੋ ਕਈ ਵਾਰੀ ਅਕਸਰ ਇਹ ਸੋਸ਼ਲ ਸਰਵਿਸਿਜ਼ ਦਾ ਜਿਹੜਾ ਚਰਚਾ ਆ ਉਹ ਖਬਰਾਂ ਦੇ ਵਿੱਚ ਹੁੰਦਾ ਰਹਿੰਦਾ। ਹਾਂਜੀ। ਸੋ ਉਹਦੇ ਬਾਰੇ ਤੁਸੀਂ ਕੀ ਹੈਗੇ ਵੀ ਮੈਂ ਰਿਪੋਰਟ ਇੱਕ ਪੜ੍ਹ ਰਿਹਾ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜਿਹੜੀ ਸੋਸ਼ਲ ਸਰਵਿਸਿਜ਼ ਦਾ ਬਜਟ ਹੈਗਾ ਉਹ ਤਕਰੀਬਨ ਪਿਛਲੇ 4-5 ਸਾਲਾਂ ਤੋਂ ਉਹ ਲਗਾਤਾਰ ਘਟਦਾ ਆ ਰਿਹਾ ਹੈਗਾ। ਉਹ ਤਕਰੀਬਨ 13% ਜਿਹੜੇ ਹੈਗੇ ਆ ਉਹਦੇ ਵਿੱਚ ਘਾਟ ਆਈ ਆ। ਹਾਲਾਂਕਿ ਦੂਸਰੇ ਪਾਸੇ ਜਿਹੜਾ ਹੈਗਾ ਕਿ ਇਹਨਾਂ ਦੀ ਆਪਣੀਆਂ ਰਿਪੋਰਟਾਂ ਮੁਤਾਬਕ, ਗੌਰਮੈਂਟ ਦੀਆਂ ਰਿਪੋਰਟਾਂ ਮੁਤਾਬਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਗਿਣਤੀ ਆ ਜੀ ਉਹ ਵਧੇਗੀ ਔਰ ਜਿਹੜੇ ਨੌਜਵਾਨ ਕੰਮ ਕਰਨ ਵਾਲੇ ਆ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਘਟੇਗੀ। ਅਗਰ ਇਹ ਬਜਟ ਇੱਦਾਂ ਹੀ ਘਟਦਾ ਜੀ ਤਾਂ ਇਹਦਾ ਸਿੱਧਾ ਹੀ ਮਤਲਬ ਇਹ ਆ ਕਿ ਸੇਵਾਵਾਂ ਤੇ ਜਿਹੜਾ ਉਹ ਅਸਰ ਪਊਗਾ ਜਾਂ ਕਿਤੇ ਨਾ ਕਿਤੇ ਉਹ ਸੇਵਾਵਾਂ ਜਿਹੜੀਆਂ ਉਹ ਘੱਟ ਕਰਨੀਆਂ ਚਾਹੀਦੀਆਂ। ਹਾਂਜੀ। ਜਾਂ ਘੱਟ ਕਰਨ ਦੀ ਲੋੜ ਪਊਗੀ। ਸੋ ਉਹਦੇ ਲਈ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਕੀ ਹੈਗਾ ਉਹ ਕੀ ਕਰ ਸਕਦੇ ਆ ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਤਾਂ ਕਿ ਜਿਹੜੀ ਗੌਰਮੈਂਟ ਆ ਜੀ ਜਦੋਂ ਕਿ ਕੰਧ ਤੇ ਲਿਖਿਆ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਵਧਣ ਦੇ ਆਸਾਰ ਹੈਗੇ ਆ ਜੀ, ਤਾਂ ਅਸੀਂ ਕੀ ਕੰਟਰੀਬਿਊਟ ਕਰ ਸਕਦੇ ਆ, ਅਸੀਂ ਕਿੱਦਾਂ ਆਪਣੇ ਜਿਹੜੇ ਲੋਕਲ ਪੋਲੀਟੀਸ਼ੀਅਨ ਜਾਂ ਨੈਸ਼ਨਲ ਪੋਲੀਟੀਸ਼ੀਅਨ ਹੈਗੇ ਆ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਆ ਕਿ ਉਹ ਜਿਹੜੀ ਮੰਨੇ ਇਹ ਪੈਸੇ ਆਉਂਦੇ ਆ ਇਹ ਵਧਾਉਣ, ਇੰਨੇ ਰੱਖਣ ਜਾਂ ਕੀ ਰੱਖਣ, ਤੇ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ ਨਵਦੀਪ ਜੀ, ਮੈਂ ਬਹੁਤ ਸਾਲ ਹੋ ਗਏ ਹਾਂਜੀ ਇੱਥੇ ਇੰਗਲੈਂਡ ਦੇ ਵਿੱਚ ਰਹਿ ਰਿਹਾ ਜੀ। ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਕਮਿਊਨਿਟੀ ਦੇ ਵਿੱਚ ਲੋਕਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਹਾਂਜੀ। ਤੇ ਲੋਕਲ ਅਥਾਰਟੀਜ਼ ਦੇ ਨਾਲ ਵੀ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਜੀ। ਮੈਂ ਨੋਟਿਸ ਕੀਤਾ ਕਿ ਜਿਹੜੇ ਸਾਡੇ ਸਮਾਜ ਦੇ ਬੰਦੇ ਹੈਗੇ ਆ ਹਾਂਜੀ ਹੁਣ ਤੱਕ ਤਾਂ ਬਹੁਤ ਹੀ ਉਹ ਰਿਲੈਕਟੈਂਟ ਰਹੇ ਆ। ਹਾਂਜੀ। ਤੇ ਉਹ ਅਸੀਂ ਵੋਟਾਂ ਵੀ ਪਾਉਂਦੇ ਆ। ਹਾਂਜੀ। ਥੋੜ੍ਹਾ ਬਹੁਤਾ ਪੋਲੀਟਿਕਸ ਵਿੱਚ ਹਿੱਸਾ ਵੀ ਲੈਂਦੇ ਆ ਜੀ। ਪਰ ਜਿੱਥੇ ਨਾ ਜਿਹੜੇ ਮਹਿਕਮੇ ਸੇਵਾਵਾਂ ਦਿੰਦੇ ਆ ਹਾਂਜੀ ਉਹਨਾਂ ਦੇ ਬਾਰੇ ਗੱਲਬਾਤ ਕਰਨੀ। ਹਾਂਜੀ। ਮੈਂ ਇੱਕ ਸਿਰਫ ਮਿਸਾਲ ਦੇ ਤੌਰ ਤੇ ਗੱਲ ਕਰ ਰਿਹਾ ਜੀ ਕਿ ਆਮ ਕਰਕੇ ਇੱਦਾਂ ਹੁੰਦਾ ਕਿ ਐਜੂਕੇਸ਼ਨ ਹੋਈ, ਹਾਂਜੀ, ਹੈਲਥ ਸਰਵਿਸ ਹੋਈ ਵਗੈਰਾ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਪਤਾ ਹੋਣਾ ਚਾਹੀਦਾ ਕਿ ਕਿੱਥੋਂ ਆਉਂਦੀ ਹੈ, ਕਿਵੇਂ ਹਾਸਲ ਕਰਨੀ ਹੈ ਜੀ। ਇਸ ਮੁਲਕ ਦੇ ਵਿੱਚ ਵੀ ਸਾਡਾ ਜਿਹੜਾ ਐਟੀਟਿਊਡ ਹੈਗਾ ਉਹ ਪੁਰਾਣਾ ਹੀ ਐਟੀਟਿਊਡ ਹੈਗਾ। ਅਸੀਂ ਉਹਨਾਂ ਮਹਿਕਮਿਆਂ ਦੇ ਵਿੱਚ ਜਾਂ ਜਦੋਂ ਨਾ ਕੋਈ ਡਿਸਕਸ਼ਨ ਵਗੈਰਾ ਹੁੰਦਾ ਜਾਂ ਉਹ ਮੁੱਦੇ ਉੱਠਦੇ ਆ ਅਸੀਂ ਜਾਂ ਤਾਂ ਉਹਦੇ ਬਾਰੇ ਕੁਝ ਕਹਿੰਦੇ ਨਹੀਂ ਜਾਂ ਅਸੀਂ ਹਿੱਸਾ ਨਹੀਂ ਲੈਂਦੇ। ਬਿਲਕੁਲ। ਇੱਥੇ ਜਿਹੜਾ ਮੋਟੇ ਤੌਰ ਤੇ ਹਿਸਾਬ ਕਿਤਾਬ ਇਹ ਹੈਗਾ ਕਿ ਲੋਕਾਂ ਦੇ ਨਾਲ ਡਿਸਕਸ਼ਨ ਕੀਤੇ ਜਾਂਦੇ ਆ, ਮੀਟਿੰਗਾਂ ਕੀਤੀਆਂ ਜਾਂਦੀਆਂ ਪਬਲਿਕ ਦੇ ਵਿੱਚ ਜੀ, ਕਮਿਊਨਿਟੀ ਸੈਂਟਰਾਂ ਦੇ ਵਿੱਚ ਤੇ ਜਾਂ ਹੈਲਥ ਸੈਂਟਰਾਂ ਦੇ ਵਿੱਚ। ਸੋ ਕਿਤੇ ਨਾ ਕਿਤੇ ਉਹ ਜਿਹੜੇ ਹੈਗੇ ਜਾਂ ਤਾਂ ਹੈਲਥ ਸਰਵਿਸਿਜ਼ ਵਾਲੇ ਜਾਂ ਸੋਸ਼ਲ ਸਰਵਿਸਿਜ਼ ਵਾਲੇ ਵੀ ਜੀ ਉਹ ਮੀਟਿੰਗਾਂ ਕਰਦੇ ਆ। ਤੇ ਮੈਂ ਦੇਖਿਆ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਆਮ ਕਰਕੇ ਜ਼ਿਆਦਾ ਕਰਕੇ ਜਾਂ ਤਾਂ ਗੋਰੇ ਹੋਣਗੇ ਜਾਂ ਹੋਰ ਕਮਿਊਨਿਟੀਜ਼ ਹੋਣਗੀਆਂ ਤਾਂ ਜਿਹੜੇ ਹੈਗੇ ਆ ਏਸ਼ੀਅਨ ਲੋਕੀ ਉਹਨਾਂ ਦੇ ਵਿੱਚ ਬਹੁਤ ਘੱਟ ਹਿੱਸਾ ਲੈਂਦੇ ਆ। ਹਾਂਜੀ। ਤੇ ਜਦੋਂ ਉਹਨਾਂ ਦੇ ਵਿੱਚ ਜਾ ਕੇ ਉਹ ਹਿੱਸਾ ਨਹੀਂ ਲੈਣਗੇ ਤਾਂ ਫਿਰ ਉਹਨਾਂ ਨੂੰ ਕੀ ਪਤਾ ਲੱਗੂਗਾ ਕਿ ਕਿਵੇਂ ਪਤਾ ਲੱਗੂਗਾ ਕਿ ਇਹਨਾਂ ਦੀਆਂ ਲੋੜਾਂ ਕੀ ਆ ਜੀ। ਤਾਂ ਅਸੀਂ ਉਹਨਾਂ ਨੂੰ ਉਹ ਦੱਸ ਨਹੀਂ ਸਕਦੇ। ਜਿਸ ਵੇਲੇ ਤਾਂ ਕੋਈ ਮੁਸ਼ਕਲ ਆਉਂਦੀ ਹੈ, ਦਿੱਕਤ ਆਉਂਦੀ ਆ, ਉਦੋਂ ਤਾਂ ਅਸੀਂ ਕਹਿੰਦੇ ਹਾਂ ਜੀ ਆਹ ਸਹੂਲਤ ਸਾਡੇ ਲੋੜ ਦੇ ਮੁਤਾਬਕ, ਜ਼ਰੂਰਤ ਦੇ ਮੁਤਾਬਕ ਕਿਉਂ ਨਹੀਂ ਸਾਨੂੰ ਦਿੱਤੀ ਜਾਂਦੀ, ਮਿਲਣੀ ਚਾਹੀਦੀ। ਪਰ ਜਿੱਥੇ ਤੁਸੀਂ ਆਪਣੇ ਹੱਕਾਂ ਦੀ ਮੰਗ ਕਰ ਸਕਦੇ ਆ ਜਾਂ ਆਪਣੀ ਸੋਚਾਂ ਉਹਨਾਂ ਦੇ ਨਾਲ ਸਾਂਝ ਕਰ ਸਕਦੇ, ਅਸੀਂ ਉੱਥੋਂ ਗੈਰ ਹਾਜ਼ਰ ਹੁੰਦੇ ਹਾਂ ਜੀ। ਜਦੋਂ ਕਿ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿ ਤਾਂ ਕਿ ਅਸੀਂ ਦੱਸ ਸਕੀਏ ਕਿ ਸਾਡੇ ਧਰਮ ਦੇ ਮੁਤਾਬਕ, ਸਾਡੇ ਜਿਹੜਾ ਸਮਾਜ ਹੈਗਾ, ਕਲਚਰ ਹੈਗਾ, ਉਹਦੇ ਮੁਤਾਬਕ ਸਾਡੀਆਂ ਆਹ ਲੋੜਾਂ ਹੈਗੀਆਂ ਜੀ। ਸੋ ਸਾਨੂੰ ਐਕਟਿਵਲੀ ਸਾਨੂੰ ਜ਼ਿਆਦਾ ਮਤਲਬ ਅੱਗੇ ਆ ਕੇ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਜੀ। ਹੁਣ ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਜਿਹੜੀ ਮੇਰੀ ਡਾਕਟਰ ਦੀ ਸਰਜਰੀ ਹੈਗੀ ਆ ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਕਿ ਉਹ ਥੋੜ੍ਹੇ ਚਿਰ ਬਾਅਦ ਇੱਕ ਮੀਟਿੰਗ ਕਰਦੇ ਹੁੰਦੇ ਆ ਕਿ ਅਸੀਂ ਕਿਸ ਤਰ੍ਹਾਂ ਦੀ ਜਿਹੜੀ ਸਰਵਿਸ ਹੈਗੀ ਉਹ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਜੀ। ਤੇ ਮੈਂ ਦੇਖਿਆ ਕਿ ਬਹੁਤ ਵਧੀਆ ਗੱਲ ਹੈਗੀ ਆ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਉਹ ਜਿਹੜੇ ਪੇਸ਼ੈਂਟਸ ਤੇ ਕੰਪਲੇਂਟਸ ਹੈਗੇ ਉਹ ਵੀ ਸਾਂਝੇ ਕਰਦੇ ਆ ਜੀ। ਤੇ ਜਾਂ ਕਿਸ ਤਰ੍ਹਾਂ ਦੀ ਉਹਨਾਂ ਨੂੰ ਫੀਡਬੈਕ ਮਿਲ ਰਹੀ ਆ ਤੇ ਉਹਦੇ ਵਿੱਚ ਲੋਕੀ ਆਪਣੀ ਸ਼ਿਕਾਇਤ ਵੀ ਰੱਖ ਸਕਦੇ ਆ
ਤਾਂ ਇਸ ਕਰਕੇ ਜਿਹੜੇ ਪੇਸ਼ੈਂਟ ਹੈਗੇ ਆ ਉਹ ਸਰਵਿਸ ਦਾ ਹਿੱਸਾ ਹੋਣ। ਜੀ। ਸੋ ਇਸੇ ਤਰ੍ਹਾਂ ਜਿਹੜੀਆਂ ਸੋਸ਼ਲ ਸਰਵਿਸਿਜ਼ ਦੀਆਂ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਹਾਂਜੀ। ਤਾਂ ਉਹਦੇ ਵਿੱਚ ਵੀ ਸਾਨੂੰ ਹਿੱਸਾ ਲੈਣਾ ਚਾਹੀਦਾ ਕਿ ਅਸੀਂ ਆਪਣਾ ਜਿਹੜੇ ਹੈਗੀ ਆ ਲੋੜਾਂ ਉਹ ਰੱਖ ਸਕੀਏ, ਉਹਨਾਂ ਨੂੰ ਦੱਸ ਸਕੀਏ। ਹਾਂਜੀ। ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਆਹ ਜ਼ਰੂਰਤਾਂ ਹੈਗੀਆਂ। ਸਾਨੂੰ ਜਿਹੜੇ ਸਾਡੇ ਕਾਉਂਸਲਰ ਹੈਗੇ ਆ ਜੀ, ਤਾਂ ਉਹਨਾਂ ਨੂੰ ਵੀ ਮਿਲ ਕੇ ਦੱਸਣਾ ਚਾਹੀਦਾ ਕਿ ਸਾਡੇ ਸਮਾਜ ਦੀਆਂ ਆਹ ਲੋੜਾਂ ਹੈਗੀਆਂ, ਤਾਂ ਕਿ ਉਹ ਤੁਹਾਡੇ ਲਈ ਕੁਝ ਕਰ ਸਕਣ। ਹਾਂਜੀ ਬਲਬੀਰ ਜੀ, ਮੇਰਾ ਇਸ ਮੁੱਦੇ 'ਤੇ ਜਾਂ ਇਸ ਪੁਆਇੰਟ ਨੂੰ, ਨੁਕਤੇ ਨੂੰ ਉਭਾਰਨ ਦਾ ਖਾਸ ਮਕਸਦ ਹੀ ਇਹ ਸੀਗਾ ਕਿ ਅਸੀਂ ਰਹਿੰਦੇ ਇੱਥੇ ਹਾਂ, ਸੇਵਾਵਾਂ ਅਸੀਂ ਇੱਥੇ ਲੈਂਦੇ ਹਾਂ, ਪਰ ਜ਼ਿਆਦਾ ਫਿਕਰ ਜਿਹੜਾ ਸਾਨੂੰ ਰਹਿੰਦਾ ਹੈਗਾ ਉਹ ਪੰਜਾਬ ਵਿੱਚ ਕੀ ਹੋ ਰਿਹਾ ਜਾਂ ਸਾਡੇ ਜਿੱਥੇ ਜਿਹਨਾਂ ਮੁਲਕਾਂ ਤੋਂ ਅਸੀਂ ਆਏ ਹਾਂ ਉੱਥੇ ਕੀ ਹੋ ਰਿਹਾ। ਜੀ। ਬੇਸ਼ੱਕ ਉਹਨਾਂ ਵੱਲ ਵੀ ਸਾਡਾ ਧਿਆਨ ਦੇਣ ਦਾ ਫਰਜ਼ ਬਣਦਾ, ਪਰ ਕਿਉਂਕਿ ਅਸੀਂ ਨਿੱਤ ਪ੍ਰਤੀ ਜਿਹੜੀਆਂ ਆਪਣੀਆਂ ਲੋੜਾਂ ਲਈ ਸਾਨੂੰ ਇੱਥੇ ਦੇ ਸਾਧਨ ਜਿਹੜੇ ਹੈਗੇ ਆ ਉਹ ਮੁਹੱਈਆ ਕਰਵਾਉਣੇ ਪੈਂਦੇ ਆ। ਇੱਥੇ ਹੀ ਸਾਨੂੰ ਕਾਉਂਸਲਰਾਂ ਕੋਲ ਜਾਣਾ ਪੈਂਦਾ, ਇੱਥੇ ਸਾਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਜੀ, ਜਾਂ NHS ਕੋਲ ਜਾਣਾ ਪੈਂਦਾ। ਸੋ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਆ ਕਿ ਅਸੀਂ ਬਹੁਤ ਘੱਟ ਹਿੱਸਾ ਲੈਂਦੇ ਹਾਂ, ਔਰ ਫਿਰ ਬਾਅਦ ਵਿੱਚ ਸਾਨੂੰ ਇਸ ਗੱਲ ਦੀ ਤਕਲੀਫ ਹੁੰਦੀ ਆ ਕਿ ਜਿਹੜੀਆਂ ਸਰਵਿਸਿਜ਼ ਮੁਹੱਈਆ ਕਰਵਾਈਆਂ ਜਾਂਦੀਆਂ, ਸੇਵਾਵਾਂ ਦਿੱਤੀਆਂ ਜਾਂਦੀਆਂ ਕੌਂਸਲ ਵੱਲੋਂ ਜਾਂ NHS ਵੱਲੋਂ ਜਾਂ ਹੋਰ ਵੀ ਸਰਕਾਰੀ ਅਦਾਰਿਆਂ ਵੱਲੋਂ, ਉਹ ਜਿਹੜੀਆਂ ਹੈਗੀਆਂ ਉਹ ਸਾਡੇ ਲੋੜਾਂ 'ਤੇ ਪੂਰੀਆਂ ਨਹੀਂ ਉਤਰਦੀਆਂ ਜੀ। ਸੋ ਇਸ ਕਰਕੇ ਸਾਡੇ ਦਰਸ਼ਕਾਂ ਨੂੰ, ਭੈਣਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ ਹੈਗਾ ਕਿ ਜ਼ਰੂਰ ਮੌਕੇ 'ਤੇ ਤੁਸੀਂ ਆਪਣਾ ਜਿਹੜਾ ਹੈਗਾ ਇਹਨਾਂ ਦੇ ਵਿੱਚ ਹਿੱਸਾ ਲਓ, ਉਹ ਆਪਣੀ ਫੀਡਬੈਕ ਉਹਨਾਂ ਨੂੰ ਦਿਓ ਤਾਂ ਕਿ ਉਹ ਉਹਦੇ ਮੁਤਾਬਕ ਕਰ ਸਕਣ। ਸੋ ਦਰਸ਼ਕੋ, ਅਸੀਂ ਆਪਣੇ ਪ੍ਰੋਗਰਾਮ ਦੇ ਐਂਡ ਵੱਲ ਵੱਧ ਰਹੇ ਹਾਂ। ਮੈਂ ਅਖੀਰ ਦੇ ਵਿੱਚ ਜਿਹੜਾ ਉਹ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਦੇ ਲਈ ਪਲੈਨਿੰਗ ਜ਼ਰੂਰ ਕਰੀਏ। ਉਹਦੇ ਲਈ ਸੋਸ਼ਲ ਸਰਵਿਸਿਜ਼ ਮਹਿਕਮਾ ਜਿਹੜਾ ਹੈਗਾ ਉਹ ਸਾਡੀ ਕਾਫੀ ਮਦਦ ਕਰ ਸਕਦਾ ਹੈਗਾ। ਉਹ ਸਾਨੂੰ ਕਾਫੀ ਸੇਵਾਵਾਂ ਮੁਹੱਈਆ ਕਰਵਾਉਂਦਾ, ਸਾਨੂੰ ਉਹ ਸੇਵਾਵਾਂ ਦੇਣੀਆਂ ਚਾਹੀਦੀਆਂ ਹੈਗੀਆਂ, ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈਗਾ। ਸੋ ਅਗਲੇ ਹਫਤੇ ਅਸੀਂ ਜਦੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਾਂ ਇੱਕ ਨਵਾਂ ਮੁੱਦਾ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਮੇਰਾ ਖਿਆਲ ਅਗਰ ਅਸੀਂ ਇਹਨੂੰ ਚੱਲਦਾ ਰੱਖੀਏ ਜਿਵੇਂ ਅੱਜ ਅਸੀਂ ਛੋਇਆ ਕਿ ਇਹ ਸੋਸ਼ਲ ਸਰਵਿਸਿਜ਼ ਦੇ ਵਿੱਚ ਬੱਚਿਆਂ ਦੀਆਂ ਸੇਵਾਵਾਂ ਬਾਰੇ ਵੀ ਆਉਂਦਾ ਹੈਗਾ, ਉਹ ਬੱਚਿਆਂ ਦੀ ਸੰਭਾਲ ਦੇ ਲਈ ਕਿਵੇਂ ਸਾਡੀ ਮਦਦ ਕਰਦੀਆਂ ਹੈਗੀਆਂ। ਸੋ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ। ਬਲਬੀਰ ਜੀ, ਕੋਈ 1-2-4 ਸੈਕਿੰਡ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਕਹਿਣੀ ਚਾਹੋ, ਤੇ ਅਗਰ ਨਹੀਂ ਤੇ ਫਿਰ ਆਪਾਂ ਜਿਹੜੀ ਹੈਗੀ ਆਪਣੇ ਦਰਸ਼ਕਾਂ ਕੋਲ ਇਜਾਜ਼ਤ ਨਵਦੀਪ ਜੀ ਕਿ ਸਾਨੂੰ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ, ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਆ ਜੀ, ਤਾਂ ਕਿ ਅਸੀਂ ਉਹਦਾ ਭਾਗ ਬਣ ਕੇ ਆਪਣੀ ਭਲਾਈ ਦਾ ਕੰਮ ਆਪ ਕਰ ਸਕੀਏ। ਬਹੁਤ ਬਹੁਤ ਧੰਨਵਾਦ ਬਲਬੀਰ ਜੀ। ਦਰਸ਼ਕੋ, ਅਸੀਂ ਇੱਥੋਂ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਉਮੀਦ ਆ ਕਿ ਅਸੀਂ ਮੂਰਲੇ ਹਫਤੇ ਤੁਹਾਡੇ ਨਾਲ ਸੇਮ ਦਿਨ ਅਤੇ ਸੇਮ ਸਮੇਂ 'ਤੇ 5 ਤੋਂ 6 ਸ਼ਨੀਚਰਵਾਰ ਅਸੀਂ ਤੁਹਾਡੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਆਪਣਾ ਖਿਆਲ ਰੱਖਣਾ।